सत श्री अकाल जी, मैं हाँ प्रदीप ਧੀਮਾਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਦੋਸਤੋ, ਕੋਸ਼ਿਸ਼ ਕਰੀਦੀ ਹੈ ਕਿ ਦੁਨੀਆ ਦੀ ਭੀੜ ਦੇ ਵਿੱਚੋਂ ਚੁਣੰਦਾ ਹੀਰੇ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਈਏ, ਤੁਹਾਨੂੰ ਉਹਨਾਂ ਦੇ ਨਾਲ ਮਿਲਾਈਏ। ਤਾਂ ਰਾਜਪੁਰੇ ਦੇ ਵਿੱਚ ਵੀ ਇੱਕ ਅਜਿਹਾ ਹੀ ਸ਼ਖਸ ਹੈ, ਇੱਕ ਅਜਿਹਾ ਹੀਰਾ ਜੋ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਪਰ ਮਿਲਦਾ ਕਿਸੇ ਨੂੰ ਨਹੀਂ। ਉਹ ਮਿਲਦੇ ਸ਼ਮਸ਼ਾਨ ਘਾਟ 'ਚ ਹੀ ਰਹਿੰਦੇ, ਜਦੋਂ ਮਰਜ਼ੀ ਮਿਲ ਲਓ ਜਾ ਕੇ। ਉੱਥੇ ਪੂਰਾ ਵਰਕ ਇਸ ਟਾਈਮ ਵੀ ਦੇਖ ਲਓ, ਕੰਮ ਤੇ ਹੋਣਗੇ ਆਪਣੇ ਜੀ। ਅੱਛਾ, ਕਾਰਨ ਕੀ ਹੈ ਸ਼ਮਸ਼ਾਨ ਘਾਟ 'ਚ ਕਿਉਂ? ਉਹਨਾਂ ਦਾ ਬਸ ਉੱਥੇ ਹੀ, ਉਹਨਾਂ ਨੇ ਜਿਮ ਵੀ ਉੱਥੇ ਹੀ ਕਰਦੇ ਜੀ, ਸਵੇਰੇ ਸ਼ਾਮ ਉੱਥੇ ਹੀ ਤੁਹਾਨੂੰ ਮਿਲਾਂਗੇ। ਬਹੁਤ ਵਧੀਆ ਇਨਸਾਨ ਹੈ ਜੀ ਸਾਡੇ। ਅਸੀਂ ਲੱਭਣੇ ਔਖੇ ਹੋਏ ਪਏ। ਹਾਂਜੀ ਹਾਂਜੀ, ਉੱਥੇ ਤੁਹਾਨੂੰ ਪਤਾ ਕੋਈ ਕੋਈ ਜਾਂਦਾ ਹੈ ਜੀ। ਅੱਛਾ, ਫਿਰ ਮਿਲਾ ਦੋਗੇ ਸਾਨੂੰ ਉਹਨਾਂ ਨਾਲ? ਹਾਂਜੀ ਹਾਂਜੀ, ਬਿਲਕੁਲ ਮਿਲਾ ਦਾਂਗੇ ਜੀ। ਚਲੋ। ਆਪਣਿਆਂ ਨੂੰ ਹੀ ਫੂਕਦੇ ਨੇ। ਹਾਂਜੀ ਹਾਂਜੀ, ਪਰ ਫਿਰ ਉਹਨਾਂ ਤੋਂ ਹੀ ਡਰਦੇ ਨੇ, ਚੱਕਣ ਤੋਂ ਕਤਰਾਉਂਦੇ ਨੇ। ਇਕੱਠਾ ਕਰਨ ਵੇਲੇ ਮੈਂ ਕਹਿੰਦਾ ਵੀ ਧੀ ਪੁੱਤ ਕੋਈ ਨਹੀਂ ਨੇੜੇ ਲੱਗਦਾ। ਬਿਲਕੁਲ ਬਿਲकुल ਜੀ। ਤੇ ਤੁਹਾਨੂੰ ਕਦੇ ਡਰ ਨਹੀਂ ਲੱਗਿਆ, ਕੋਈ ਭੈ ਨਹੀਂ ਆਇਆ ਇੱਥੇ? ਨਹੀਂ ਜੀ, ਮੈਂ ਜ਼ਿੰਦਗੀ 'ਚ ਕੋਈ ਇਨਸਾਨ ਜਿੰਦਾ ਹੈ ਔਰ ਮਰ ਜੇ, ਮੈਂ ਉਹਦੇ 'ਚ ਕੋਈ ਫਰਕ ਨਹੀਂ ਸਮਝਦਾ ਜੀ। ਕਿਉਂਕਿ ਸਿਰਫ ਉਹਦੇ ਵਿੱਚੋਂ ਆਤਮਾ ਨਿਕਲੀ ਹੈ, ਆਤਮਾ ਚਲੇਗੀ। ਸਰੀਰ ਉਹੀ ਨਾਸ਼ਵਾਨ ਹੈ ਜੀ, ਚਾਹੇ ਉਹਨੂੰ ਤੁਸੀਂ ਫੁੱਕੋ, ਚਾਹੇ ਤੁਸੀਂ ਉਹਨੂੰ ਜਲਾਓ, ਉਹਦਾ ਕੋਈ ਮੈਟਰ ਨਹੀਂ ਹੈ। ਜਿਵੇਂ ਇੱਕ ਪਿੰਜਰੇ ਦੇ ਵਿੱਚੋਂ ਪੰਛੀ ਉੜ ਕੇ ਆਕਾਸ਼ ਦੀ ਤਰਫ ਚਲਿਆ ਜਾਂਦਾ ਹੈ ਜੀ, ਤਾਂ ਐਵੇਂ ਹੀ ਆਪਣਾ ਸਰੀਰ ਇੱਕ ਪਿੰਜਰਾ ਹੈ। ਜਿਹੜੀ ਸਰੀਰ ਦਾ ਜਿਹੜਾ ਵਿੱਚ ਮੈਂ ਚੀਤਾ ਜਲ ਰਹੀ ਹੈ, ਇਹ ਆਦਮੀ ਦਾ ਸਰੀਰ ਹੈ, ਇਨਸਾਨ ਦਾ। ਉਹਦੇ ਵਿੱਚੋਂ ਜਿਹੜੇ ਦੀਵੇ ਨਿਕਲ ਰਹੇ ਆ ਵੀਰ ਜੀ, ਉਹ ਆਤਮਾ ਨਿਕਲ ਕੇ ਭਗਵਾਨ ਦੇ ਕੋਲ ਜਾ ਰਹੀ ਹੈ ਉੱਪਰ। ਠੀਕ ਹੈ ਜੀ। ਜਿਵੇਂ ਆਤਮਾ ਨਿਕਲ ਕੇ ਪੰਛੀ ਦੀ ਤਰ੍ਹਾਂ ਭਗਵਾਨ ਕੋਲ ਚਲੀ ਜਾਂਦੀ ਹੈ, ਪਿੱਛੋਂ ਸਰੀਰ ਨਾਸ਼ਵਾਨ ਹੈ, ਇਹਨੂੰ ਚਾਹੇ ਤੁਸੀਂ ਜਲਾਓ, ਚਾਹੇ ਤੁਸੀਂ ਇਹਨੂੰ ਦਫਨਾਓ, ਉਹ ਤੁਹਾਡੀ ਮਰਜ਼ੀ ਹੈ। ਅਸਲੀ ਜਿਹੜੀ ਆਤਮਾ ਸੀਗੀ ਉਹ ਆਕਾਸ਼ ਦੀ ਵੱਲ ਚਲੀ ਗਈ। ਤਾਂ ਪਿੰਜਰੇ ਦਾ ਮਤਲਬ ਇਹ ਹੈ ਵੀ ਜਿਵੇਂ ਆਕਾਸ਼ ਦੇ ਵਿੱਚ ਪਿੰਜਰੇ ਤੋਂ ਨਿਕਲ ਕੇ ਤੋਤਾ ਚਲੇ ਗਿਆ, ਪਿੱਛੋਂ ਪਿੰਜਰਾ ਖਾਲੀ ਰਹਿ ਗਿਆ, ਤਾਂ ਐਵੇਂ ਇਨਸਾਨ ਦਾ ਸਰੀਰ ਹੈ ਵੀਰ ਜੀ। ਦੀਵਾ ਵੀ ਇੱਕ ਬੁਝਿਆ ਹੋਇਆ। ਦੀਵਾ ਜਦ ਦੀਵੇ ਦੇ ਵਿੱਚੋਂ ਵੀਰ ਜੀ ਤੇਲ ਖਤਮ ਹੋ ਜਾਂਦਾ ਤਾਂ ਦੀਵਾ ਬੁਝ ਜਾਂਦਾ ਹੈ। ਤਾਂ ਦੀਵੇ ਦੀ ਵੀ ਕੁਝ ਛਵੀ ਇਨਸਾਨ ਦੇ ਉੱਪਰ ਟੁਕਦੀ ਹੈ। ਸਾਨੀ ਜ਼ਿੰਦਗੀ ਤੁਸੀਂ ਦਿਖਾਈ ਹੈ। ਬਿਲਕੁਲ ਜੀ, ਬਿਲकुल, ਉਹ ਵਿਖਾਈਏ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਦੋਸਤੋ, ਕੋਸ਼ਿਸ਼ ਕਰੀਦੀ ਹੈ ਕਿ ਦੁਨੀਆ ਦੀ ਭੀੜ ਦੇ ਵਿੱਚੋਂ ਚੁਣੰਦਾ ਹੀਰੇ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਈਏ, ਤੁਹਾਨੂੰ ਉਹਨਾਂ ਦੇ ਨਾਲ ਮਿਲਾਈਏ। ਤਾਂ ਰਾਜਪੁਰੇ ਦੇ ਵਿੱਚ ਵੀ ਇੱਕ ਅਜਿਹਾ ਹੀ ਸ਼ਖਸ ਹੈ, ਇੱਕ ਅਜਿਹਾ ਹੀਰਾ ਜੋ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਪਰ ਮਿਲਦਾ ਕਿਸੇ ਨੂੰ ਨਹੀਂ। ਇਸੇ ਕਰਕੇ ਉਹਦੀ ਤਲਾਸ਼ ਦੇ ਵਿੱਚ ਅਸੀਂ ਰਾਜਪੁਰਾ ਆਏ ਸੀਗੇ, ਕਿਉਂਕਿ ਉਸਦੇ ਮਿਜਾਜ ਬੜੇ ਸੂਫੀਆਨਾ ਨੇ, ਬੜਾ ਹੀ ਲੁਕ ਛਿਪ ਕੇ ਰਹਿੰਦਾ। ਤਾਂ ਉਹਨੂੰ ਮਿਲਣ ਦੇ ਲਈ ਅਸੀਂ ਪਹੁੰਚੇ ਸੀਗੇ। ਮੁਲਾਕਾਤ ਤੁਹਾਡੀ ਕਰਾਵਾਂਗੇ। ਪਹਿਲਾਂ ਸਾਡੇ ਵੀਰ ਇੱਥੇ ਖੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਆਪਣਾ ਸ਼ੁਭ ਨਾਮ ਦੱਸ ਦਿਓ ਜੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਗੁਰਪ੍ਰੀਤ ਜੀ, ਸੁਰਿੰਦਰ ਪਹਿਲਵਾਨ, ਵੱਡਾ ਨਾਮ ਰਾਜਪੁਰੇ ਦਾ, ਪਰ ਮਿਲਦੇ ਗਿਲਦੇ ਕਿਸੇ ਨੂੰ ਨਹੀਂ। ਤੁਹਾਨੂੰ ਪਤਾ ਵੀ ਕਿੱਥੇ ਮਿਲਣਗੇ ਉਹ? ਹਾਂਜੀ, ਸਾਨੂੰ ਸਾਰਾ ਪਤਾ ਹੈ ਜੀ। ਅਸੀਂ ਉਰੇ 8-9 ਸਾਲ ਤੋਂ, ਮੈਂ ਜਦੋਂ ਦੀ ਸੋਝੀ ਸੰਭਾਲੀ ਹੈ ਸਰ, ਉਦੋਂ ਦਾ ਮੈਂ ਉਹਨਾਂ ਨੂੰ ਦੇਖਦਾ ਵੀ ਪੂਰਾ ਵਰਕ ਕਰ ਰਿਹਾ ਆਪਣੇ ਸਰੀਰ ਨਾਲ ਜੀ। ਸਭ ਤੋਂ ਜ਼ਿਆਦਾ ਵਜਨ ਉਸ ਟਾਈਮ ਤੇ ਅੱਜ ਮੇਰੀ 30 ਸਾਲ ਉਮਰ ਹੈ ਵੀ ਉਹੀ ਉਹਨਾਂ ਦਾ ਰੂਟੀਨ ਹੈ ਜੀ। ਉਹ ਮਿਲਦੇ ਸ਼ਮਸ਼ਾਨ ਘਾਟ 'ਚ ਹੀ ਰਹਿੰਦੇ, ਜਦੋਂ ਮਰਜ਼ੀ ਮਿਲ ਲਓ ਜਾ ਕੇ। ਉੱਥੇ ਪੂਰਾ ਵਰਕ ਇਸ ਟਾਈਮ ਵੀ ਦੇਖ ਲਓ, ਕੰਮ ਤੇ ਹੋਣਗੇ ਆਪਣੇ ਜੀ। ਅੱਛਾ, ਕਾਰਨ ਕੀ ਹੈ ਸ਼ਮਸ਼ਾਨ ਘਾਟ 'ਚ ਕਿਉਂ? ਉਹਨਾਂ ਦਾ ਬਸ ਉੱਥੇ ਹੀ, ਉਹਨਾਂ ਨੇ ਜਿਮ ਵੀ ਉੱਥੇ ਹੀ ਕਰਦੇ ਜੀ, ਸਵੇਰੇ ਸ਼ਾਮ ਉੱਥੇ ਹੀ ਤੁਹਾਨੂੰ ਮਿਲਾਂਗੇ। ਬਹੁਤ ਵਧੀਆ ਇਨਸਾਨ ਹੈ ਜੀ ਸਾਡੇ। ਅਸੀਂ ਲੱਭਣੇ ਔਖੇ ਹੋਏ ਪਏ। ਹਾਂਜੀ ਹਾਂਜੀ, ਉੱਥੇ ਤੁਹਾਨੂੰ ਪਤਾ ਕੋਈ ਕੋਈ ਜਾਂਦਾ ਹੈ ਜੀ। ਅੱਛਾ, ਫਿਰ ਮਿਲਾ ਦੋਗੇ ਸਾਨੂੰ ਉਹਨਾਂ ਨਾਲ? ਹਾਂਜੀ ਹਾਂਜੀ, ਬਿਲਕੁਲ ਮਿਲਾ ਦਾਂਗੇ ਜੀ। ਚਲੋ ਫਿਰ। ਸੋ ਜੀ, ਮੈਂ ਦੇਖ ਰਿਹਾ ਵੀ ਤੁਸੀਂ ਮੈਨੂੰ ਸ਼ਮਸ਼ਾਨ ਘਾਟ ਲਿਆ, ਪਰ ਸ਼ਮਸ਼ਾਨ ਘਾਟ ਲੱਗ ਨਹੀਂ ਰਿਹਾ, ਬੜਾ ਹੋਰੇ ਤਰ੍ਹਾਂ ਦਾ ਨਜ਼ਾਰਾ ਹੈ ਸਰ। ਇੱਥੇ ਕੋਈ ਮੰਨ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਇੱਥੇ ਸਵੇਰੇ ਸ਼ਾਮ ਕਦੀ ਵੀ ਦੇਖੋ, ਤੁਹਾਨੂੰ ਵੈਸੇ ਹੀ ਪਬਲਿਕ ਮਿਲੇਗੀ ਉਰੇ ਸੈਰ ਕਰਦੀ। ਉਰੇ ਜਦੋਂ ਮਰਜ਼ੀ, ਜਦੋਂ ਕਿਸੇ ਸਾਡੇ ਵਰਗੇ ਦਾ ਮੂਡ ਖਰਾਬ ਹੈ, ਅਸੀਂ ਇੱਥੇ ਆ ਕੇ ਬਹਿ ਜਾਈਦਾ। ਬਹੁਤ ਵਧੀਆ ਚੈਨ ਹੈ ਇੱਥੇ। ਖੁੱਲ੍ਹਾ ਜਿਮ ਖੁੱਲ੍ਹਿਆ ਹੋਇਆ ਜੀ। ਇੱਥੇ ਸੀਨਰੀਆਂ, ਫੁੱਲ ਵਗੈਰਾ ਸਭ ਕੁਝ ਬਹੁਤ ਅੱਛੀ ਚੀਜ਼ ਹੈ। ਤੁਹਾਨੂੰ ਭਲਵਾਨ ਜੀ ਮਿਲਣਗੇ, ਉਹ ਆਪਣੇ ਵਿਚਾਰ ਰੱਖਦੇ ਆ ਉਰੇ। ਕੈਮਰੇ ਵਗੈਰਾ ਵੀ ਤੁਸੀਂ ਲਾਏ ਹੋਏ ਆ। ਹਾਂਜੀ ਹਾਂਜੀ ਹਾਂਜੀ। ਤੇ ਬਗੀਚਾ ਵੀ ਤੁਸੀਂ ਬਹੁਤ ਵਧੀਆ ਬਣਾਇਆ ਹੋਇਆ। ਇੱਥੇ ਸਰ ਸ਼ੂਟ ਕਰਨ ਵੀ ਆਉਂਦੇ ਨੇ ਜੀ ਲੋਕ। ਅੱਛਾ ਜੀ। ਜਿਵੇਂ ਕਿਸੇ ਨੇ ਵਿਆਹ ਸ਼ਾਦੀ ਦਾ, ਵੈਸੇ ਸਿੰਪਲ ਹੀ ਆਪਾਂ ਤਸਵੀਰਾਂ ਖਿਚਾਉਣੀਆਂ, ਬੰਦੇ ਇੱਥੇ ਸਾਡੇ ਸ਼ੂਟ ਕਰਕੇ ਜਾਂਦੇ ਜੀ। ਇਹ ਦੇਖੋ, ਤੁਹਾਨੂੰ ਤੁਸੀਂ ਵੀ ਜੇ ਅਚਾਨਕ ਆਓ, ਤੁਸੀਂ ਉਹ ਦੇਖ ਕੇ ਗਏ ਸ਼ਮਸ਼ਾਨ ਘਾਟ, ਵੈਸੇ ਤੁਹਾਨੂੰ ਕੋਈ ਸੀਨਰੀ ਪਾਰਕ ਲੱਗ ਰਿਹਾ, ਇਸ 'ਚ ਤਾਂ ਕੋਈ ਦੋ ਰਾਏ
ਪਾਰਕ ਤੋਂ ਉੱਪਰ ਕੁਝ ਨਹੀਂ ਹੈ ਜੀ, ਆ ਦੇਖ ਲਓ ਐਨ ਵਧੀਆ ਹੈ, ਕਿਸੇ ਨੂੰ ਵੀ ਪੁੱਛ ਸਕਦੇ, ਸੀਨਰੀਆਂ ਲੱਗੀਆਂ ਨੇ ਜੀ। ਇੱਧਰ ਜਿਮ ਹੈ ਜੀ ਸਾਡੇ। ਅੱਛਾ ਭਲਵਾਨ ਜੀ ਨੂੰ ਮਿਲ ਲਈਏ ਹੁਣ ਆਪਾਂ। ਹਾਂ ਪਹਿਲਵਾਨ ਜੀ ਨੂੰ ਮਿਲਾਨੇ, ਆ ਜਾਓ ਤੁਹਾਨੂੰ। ਸੋ ਭਲਵਾਨ ਜੀ ਸਾਡੀ ਟੀਮ ਪਹੁੰਚੀ ਸੀ, ਬਹੁਤ ਔਖੇ ਲੱਭੇ ਹੋ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਤੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਤੁਹਾਡਾ ਧੰਨਵਾਦ। ਵੈਸੇ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਟਾਵਾਂ ਹੀ ਲੰਘਦਾ ਹੈ, ਲੋਕੀ ਡਰਦੇ ਨੇ, ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵੀਰ, ਤੇ ਤੁਸੀਂ ਮੇਰੇ ਵਾਸਤੇ ਇੱਥੇ ਆਏ, ਮੋਸਟ ਵੈਲਕਮ। ਸੋ ਭਲਵਾਨ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਪਹੁੰਚੇ ਰਾਜਪੁਰੇ, ਤੁਹਾਡਾ ਨਾਂ ਸੁਣਿਆ, ਬੜੀਆਂ ਚਰਚਾਵਾਂ ਸੁਣੀਆਂ, ਹਾਂਜੀ ਤੇ ਸਭ ਤੋਂ ਵੱਡੀ ਜਿਹੜੀ ਅਚੰਭੇ ਵਾਲੀ ਗੱਲ ਸੀ, ਕਹਿੰਦੇ ਜੀ ਹੋਰ ਨਹੀਂ ਕਿਤੇ ਮਿਲਦੇ, ਮਿਲਣਗੇ ਤਾਂ ਸ਼ਮਸ਼ਾਨ ਘਾਟ 'ਚ ਮਿਲਣਗੇ। ਸ਼ਮਸ਼ਾਨ ਘਾਟ ਹੀ ਕਿਉਂ? ਸ਼ਮਸ਼ਾਨ ਘਾਟ ਜੀ ਤਕਰੀਬਨ ਸਾਰਾ ਸ਼ਹਿਰ ਮੈਨੂੰ ਬੜੇ ਅੱਛੇ ਤਰੀਕੇ ਨਾਲ ਜਾਣਦਾ ਹੈ ਜੀ। ਮੈਂ ਬਚਪਨ ਤੋਂ 8 ਸਾਲ ਤੋਂ ਸ਼ਮਸ਼ਾਨ ਘਾਟ ਦੇ ਵਿੱਚ ਜੰਮਿਆ ਪਲਿਆ ਜੀ। ਲੋਕੀ ਗੁਰਦੁਆਰੇ ਮੰਦਿਰ ਆਉਂਦੇ ਆ, ਤੇ ਜੀ ਮੈਂ ਡੇਲੀ ਸ਼ਮਸ਼ਾਨ ਘਾਟ ਦੇ ਵਿੱਚ ਜ਼ਰੂਰ ਆਉਂਦਾ, ਜਾਂ ਫਿਰ ਤੁਸੀਂ ਕੋਈ ਖਿੱਚ ਲਾ ਲਓ, ਜਾਂ ਮਹਾਰਾਜ ਜੀ ਮਾਲਕ ਦੀ ਕਿਰਪਾ ਲਾ ਲਓ ਜੀ। ਅੱਛਾ ਸ਼ਮਸ਼ਾਨ ਘਾਟ 'ਚ ਕਿੱਥੇ ਕਿੱਥੇ ਫਿਰ ਤੁਸੀਂ ਪ੍ਰੈਕਟਿਸ ਕਰਦੇ ਹੋ? ਤੇ ਤੁਸੀਂ ਜਦ ਪਿੱਛੇ ਕਰੋਨਾ ਸੀਗਾ, ਜਿਮ ਬੰਦ ਹੋ ਗਏ ਸੀਗੇ, ਤੇ ਉਸ ਟਾਈਮ ਤੇ ਦੇਖੋ ਮੈਂ ਬਣਾਇਆ ਸੀਗਾ, ਤੁਸੀਂ ਵੇਖ ਸਕਦੇ ਆ ਜਾਓ। ਤੇ ਇਹ ਵੀਰ ਜੀ ਆਪਣਾ ਹੈਗਾ 1 ਕੁਇੰਟਲ 20 ਕਿਲੋ ਦਾ, ਇੱਥੇ ਮੈਂ ਪ੍ਰੈਕਟਿਸ ਲਗਾਈ ਆ ਦੇਖੋ। ਤੇ ਉਹ ਹੈਗਾ 1.5 ਕੁਇੰਟਲ ਤੋਂ ਉੱਪਰ, ਪੌਣੇ 2 ਕੁਇੰਟਲ ਦਾ। ਤੇ ਇੱਥੇ ਬੈਲਟ ਲਾ ਕੇ ਮੈਂ ਕਰੋਨਾ ਦੇ ਵਿੱਚ ਵੀ ਪ੍ਰੈਕਟਿਸ ਨਹੀਂ ਛੱਡੀ ਵੀਰ ਜੀ, ਤੇ ਗੇਮ ਨੂੰ ਬਾਖੂਬੀ ਅੰਜਾਮ ਦਿੱਤਾ ਭਰਾ ਜੀ। ਹਾਂਜੀ ਹਾਂਜੀ। ਤੇ ਚਰਚਾਵਾਂ ਇਹ ਵੀ ਸੁਣਨ ਚਾਹੀਆਂ ਕਿ ਜਿੰਨਾ weight ਤੁਸੀਂ ਚੱਕਦੇ ਹੋ ਕੋਈ ਚੱਕ ਨਹੀਂ ਪਾਉਂਦਾ। ਚਲੋ ਉਹ ਤਾਂ ਦੇਖੋ ਜੀ ਮਾਲਕ ਦੀ ਕਿਰਪਾ ਹੈ, ਮੇਰੀ ਤਾਂ ਕੋਈ ਔਕਾਤ ਨਹੀਂ। ਪਰ ਮੁੱਢ ਦੇਖ ਕੇ ਮੈਨੂੰ ਵਾਕਈ ਲੱਗ ਰਿਹਾ ਵੀ ਇਹਨੂੰ ਚੱਕਣਾ ਕੋਈ ਸੌਖੀ ਗੱਲ। ਬਹੁਤ ਕਿਰਪਾ ਜੀ ਮਾਲਕ ਦੀ, ਮੈਂ ਤਾਂ ਮਾਲਕ ਦਾ ਆਸ਼ੀਰਵਾਦ ਸਮਝਦਾ ਵੀਰ ਜੀ, ਮੇਰੀ ਤਾਂ ਕੋਈ ਔਕਾਤ ਨਹੀਂ। ਬਟ ਇਹ ਜ਼ਰੂਰ ਕਹਾਂਗਾ ਜੀ, ਮੈਂ 35 ਸਾਲ ਤੋਂ ਗੇਮ ਕਰ ਰਿਹਾ, ਜਿੰਮਾਂ ਦੇ ਵਿੱਚ ਬਹੁਤ ਪ੍ਰੈਕਟਿਸ ਲਗਾਈ ਜੀ, ਤੇ 35 ਸਾਲ ਦੇ ਵਿੱਚ ਮੈਨੂੰ ਵਜਨ ਚੱਕਣ ਚ ਅੱਜ ਤੱਕ ਕਿਸੇ ਨੇ ਨਹੀਂ ਕੱਟਿਆ ਜੀ। ਇਹ ਕੋਈ ਸ਼ੋਸ਼ੇਬਾਜ਼ੀ ਨਹੀਂ, ਕੋਈ ਫੁਕਰੀ ਨਹੀਂ ਜੀ, ਮਾਲਕ ਦੀ ਕਿਰਪਾ ਲਾ ਲਓ ਜੀ। ਮੈਂ ਤੁਹਾਨੂੰ ਕਹਿ ਦਿੰਦਾ ਵੀ ਮੇਰੇ ਕੋਈ ਔਕਾਤ ਨਹੀਂ ਹੈ ਜੀ, ਵੀ ਉਹਦੇ ਕਾਰਨ ਆਪਾਂ ਇੰਨੇ ਤਕੜੇ ਹਾਂ ਜੀ। ਅੱਛਾ ਤੁਸੀਂ ਕਿਹਾ ਵੀ ਤੁਹਾਨੂੰ 35 ਸਾਲ ਹੋ ਗਏ ਇਹ ਗੇਮ ਕਰਦੇ ਆ, ਹਾਂਜੀ ਹਾਂਜੀ ਪਰ 35 ਸਾਲ ਦੇ ਵਿੱਚ ਸਮਾਂ ਬਦਲਿਆ, ਤੁਸੀਂ ਦੇਖੀਆਂ ਪੀੜ੍ਹੀਆਂ ਬਦਲ ਗਈਆਂ, ਹਾਂਜੀ। ਬੱਚਿਆਂ ਦਾ ਗੇਮ ਵੱਲ ਕੋਈ ਖਿਆਲ ਨਹੀਂ, ਬੱਚੇ ਨਹੀਂ ਆਉਂਦੇ ਸਪੋਰਟਸ ਦੇ ਵਿੱਚ। ਤੁਸੀਂ ਇੱਕ ਗੇਮ ਸ਼ੁਰੂ ਕੀਤੀ ਹੈ ਤੇ ਹਾਲੇ ਤੱਕ ਉਹਦੇ ਤੇ ਲੱਗੇ ਹੋਏ ਹੋ, ਔਰ ਲੱਗਦਾ ਨਹੀਂ ਵੀ ਇੰਨੇ ਸਮੇਂ ਤੋਂ ਲੱਗੇ ਹੋ, ਤੁਸੀਂ ਬਹੁਤ ਯੰਗ ਲੱਗ ਰਹੇ ਹੋ। ਉਹ ਵੀ ਕਿਰਪਾ ਹੀ ਹੈ ਜੀ। ਦੇਖੋ ਮੈਂ ਲੱਗ ਗਿਆ ਸੀਗਾ 14-15 ਸਾਲ ਦੀ ਗੇਮ 'ਚ ਜੀ, ਮੈਂ ਜਦੋਂ ਮੈਂ ਗੇਮ ਕਰ ਰਿਹਾ ਜੀ, ਤੇ ਮੈਂ ਕੋਈ ਸੈਪਲੀਮੈਂਟ ਨਹੀਂ ਲਿੱਤਾ ਜੀ ਅੱਜ ਤੱਕ। ਹੁਣ ਦੇਖੋ ਲੋਕੀ ਜਿਹੜੇ ਸੈਪਲੀਮੈਂਟ ਲੈ ਰਹੇ ਆ ਉਹ ਗਲਤ ਹੈ ਮੇਰੇ ਹਿਸਾਬ ਨਾਲ। ਕਿਸੇ ਟਾਈਮ ਦੇ ਵਿੱਚ ਦੇਖੋ ਸੈਪਲੀਮੈਂਟ ਨਹੀਂ ਸੀਗੇ, ਮਿਲਖਾ ਸਿੰਘ ਜੀ ਸੀਗੇ, ਉਹਨਾਂ ਨੇ ਵੀ ਰਿਕਾਰਡ ਰੱਖੇ ਆ, ਦਾਰਾ ਸਿੰਘ ਸੀਗੇ, ਉਹਨਾਂ ਨੇ ਵੀ ਰਿਕਾਰਡ ਰੱਖੇ ਆ। ਤਾਂ ਜਿਹੜਾ ਬੰਦਾ ਜੀ ਆਪਣੀ ਮਿਹਨਤ ਨਾਲ ਉਸ ਟਾਈਮ ਛੋਲੇ ਖਾਂਦੇ ਸੀਗੇ, ਗੁੜ ਦੁੱਧ ਸੀਗਾ ਘਰ ਦਾ, ਤਾਂ ਬਿਲਕੁਲ ਖਾਣ 'ਚ ਵੀ ਮਜ਼ਾ ਆਉਂਦਾ ਸੀਗਾ। ਤੇ ਅੱਜ ਕੱਲ੍ਹ ਜੀ ਡੁਪਲੀਕੇਟ ਖੁਰਾਕਾਂ ਆ ਗਈਆਂ ਜੀ, ਤੇ ਡੁਪਲੀਕੇਟ ਪਲੇਅਰ ਬਣ ਗਏ। ਅੱਛਾ ਜਨਮ ਕਦੋਂ ਦਾ ਜੀ ਆਪਣਾ? ਮੇਰਾ ਜੀ 71 ਦਾ ਹੈ, 71-72 ਦਾ। 71 ਦਾ ਜਨਮ ਹੈ। ਹਾਂਜੀ ਹਾਂਜੀ। ਤੇ ਬਚਪਨ ਕਿਵੇਂ ਬੀਤਿਆ, ਕਿੱਥੇ ਬੀਤਿਆ? ਇੱਥੇ ਦਾ ਹੀ ਜਨਮ ਹੈ, ਰਾਜਪੁਰੇ ਦਾ ਹੀ? ਨਹੀਂ ਜੀ, ਐਕਚੁਅਲੀ ਮੰਡਵਾਲ ਪਿੰਡ ਤੋਂ ਮੇਰਾ ਜਨਮ ਹੈ ਜੀ। ਮੇਰੇ ਫਾਦਰ ਸਾਹਿਬ ਇੱਥੇ ਡਰਾਈਵਰੀ ਕਰਦੇ ਸੀਗੇ, ਫਿਰ ਉਸ ਤੋਂ ਬਾਅਦ ਅਸੀਂ ਜ਼ਮੀਨ ਲਿੱਤੀ ਇੱਥੇ ਮੌਲਾਨਾ ਦੀ ਸੜਕਾਂ, ਉੱਥੋਂ ਵੇਚ ਕੇ ਫਿਰ ਅਸੀਂ ਰਾਜਪੁਰੇ ਆ ਗਏ ਸੀਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਕਿਰਾਏ ਤੇ ਮਕਾਨ ਲਿੱਤਾ ਜੀ, ਤੇ ਇੱਥੇ ਫਿਰ ਗਰੀਬੀ 'ਚ ਪਲਿਆ ਜਿਵੇਂ ਪਰਿਵਾਰ ਤੋਂ। ਤੇ ਉਸ ਟਾਈਮ ਮੇਰੇ ਫਾਦਰ ਸਾਹਿਬ ਡਰਾਈਵਰੀ ਕਰਦੇ ਸੀਗੇ, ਉਹ ਕਹਿੰਦਾ ਵੀ ਮੈਂ ਤੈਨੂੰ ਛੋਲੇ ਦੇ ਸਕਦਾ, ਛੋਲੇ ਲੈ ਲੈ, ਗੁੜ ਲੈ ਲੈ, ਦੁੱਧ ਲੈ ਲੈ। ਫਾਦਰ ਸਾਹਿਬ ਨੂੰ ਪਤਾ ਸੀਗਾ ਵੀ ਭਲਵਾਨੀ ਵੱਲ ਜਾਣਾ ਹੈ ਮੁੰਡੇ ਨੇ? ਸਾਹਿਬ ਦਾ ਮੇਰੇ ਦਾ ਬਹੁਤ ਤਕੜਾ ਯੋਗਦਾਨ ਹੈ ਜਿਸ 'ਚ ਉਹਨੇ ਮੈਨੂੰ ਘਰ ਦੇ ਵਿੱਚ ਫ੍ਰੀ ਛੱਡਿਆ ਸੀਗਾ। ਅਸੀਂ 4 ਭਰਾ ਸੀਗੇ, ਤੇ ਵੱਡਾ ਬ੍ਰਦਰ ਸਤੀਸ਼ ਮੇਰਾ ਫੋਕਲ ਪੁਆਇੰਟ ਰਹਿੰਦਾ ਹੈ, ਤੇ ਉਹਨਾਂ ਨਾਲ ਵੀ ਮੈਂ ਤੁਹਾਡੀ ਜਾਂਦੇ ਵੀ ਮੁਲਾਕਾਤ ਜ਼ਰੂਰ ਕਰਾ ਕੇ ਜਾਵਾਂਗਾ ਵੀਰ ਜੀ। ਤੇ ਉਹਦੇ ਕਰਕੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਡਾਈਟ ਪ੍ਰੋਪਰ ਤੂੰ ਲੈ ਔਰ ਮਿਹਨਤ ਲਾ, ਕੋਈ ਗੱਲ ਨਹੀਂ ਸਰੀਰ ਬਣਾ, ਮੈਨੂੰ ਬਹੁਤ ਖੁਸ਼ੀ ਹੈ। ਤੇ ਫਿਰ ਉਹ ਤੋਂ ਬਾਅਦ ਮੈਂ ਗੇਮ ਸਟਾਰਟ ਕੀਤੀ ਜੀ। ਫਿਰ ਮੈਂ ਡਿਸਟ੍ਰਿਕਟ ਖੇਡਿਆ ਜੀ, ਮੈਂ ਪੰਜਾਬ ਖੇਡਿਆ, ਲੁਧਿਆਣੇ, ਫਗਵਾੜੇ, ਖੰਨੇ, ਰਾਜਪੁਰੇ, ਤਾਂ ਕਾਫੀ ਤਕਰੀਬਨ ਰੋਟਰੀ ਕਲੱਬ ਦੇ ਵਿੱਚ ਕਾਫੀ ਕੰਪੀਟੀਸ਼ਨ ਲੜ ਚੁੱਕਿਆ ਜੀ ਮੈਂ। ਹਾਂਜੀ। ਸਕੂਲਿੰਗ ਦੀ ਗੱਲ ਕਰੀਏ, ਸਕੂਲਿੰਗ ਕਿੱਥੇ ਤੱਕ ਕੀਤੀ ਆ? ਸਕੂਲ ਦੇ ਵਿੱਚ ਜੀ ਮੈਂ ਘੱਟ ਪੜ੍ਹਿਆ ਜੀ। ਸਕੂਲ ਦੇ ਵਿੱਚ ਮੈਂ 8ਵੀਂ 'ਚੋਂ ਹਟ ਗਿਆ ਸੀਗਾ, ਤੇ ਆਪਣਾ ਬਸਤਾ ਬੁਸਤਾ ਲੁਕੋ ਦਿਆ ਕਰਦਾ ਸੀਗਾ। ਕਾਰਨ ਕੀ ਸੀ ਵੀ? ਕਾਰਨ ਜੀ ਸਾਡੇ ਨਾ ਮਹਾਵੀਰ ਦਲ ਦੇ ਵਿੱਚ ਵੇਟ ਗੇਰਿਆ ਹੋਇਆ ਸੀਗਾ, ਤੇ ਮੁੰਡੇ ਭਲਵਾਨ ਆਉਂਦੇ ਸੀਗੇ ਸਾਡੇ ਇੱਥੇ। ਕਿਸੇ ਟਾਈਮ ਦੇ ਵਿੱਚ ਸਤੀਸ਼ ਕੁਮਾਰ ਜੀ ਪਾਵਰ ਲਿਫਟਰ ਰਹੇ ਆ, ਗਊ ਰਕਸ਼ਾ ਦਲ ਵਾਲੇ, ਉਹਨਾਂ ਨੂੰ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਵੇਖਦੇ ਸੀਗੇ, ਤੇ ਅਸੀਂ ਵੀ ਸੋਚਦੇ ਸੀਗੇ ਵੀ ਅਸੀਂ ਵੀ ਭਲਵਾਨੀ ਕਰੀਏ, ਤਕੜੇ ਹੋਈਏ। ਤੇ ਉਹਨਾਂ ਦਾ ਵੀ ਯੋਗਦਾਨ ਬਹੁਤ ਹੈ, ਉਹਨਾਂ ਨੇ ਸਾਨੂੰ
ਥਾਪੀ ਦਿੱਤੀ ਹੈ ਵੀ ਤੁਸੀਂ ਮਿਹਨਤ ਲਗਾਓ। ਫਿਰ ਮੈਂ ਬਸਤੇ ਨੂੰ ਰੱਖ ਕੇ ਜੀ ਮਹਾਵੀਰ ਦਲ 'ਚ ਜਾਂਦਾ ਸੀਗਾ। ਉਸ ਟਾਈਮ ਪੱਥਰ ਦਾ ਵੇਟ ਹੁੰਦਾ ਸੀਗਾ ਤੇ ਪੱਥਰ ਦੇ ਵੇਟ ਨਾਲ ਜੀ ਅਸੀਂ ਬੈਂਚ ਬੁੰਚ ਪ੍ਰੈਸ ਲਾਣੀ, ਖਾੜੇ ਦੇ ਬਾਲਟੀਆਂ ਗੇਰਨੀਆਂ, ਪਾਣੀ ਨਾਲ ਧੋਣਾ ਜੀ, ਵੇਟ ਕੱਢਣਾ ਜੀ। ਮਤਲਬ ਕਿ ਉਸ ਟਾਈਮ ਦੇ ਵਿੱਚ ਉਸਤਾਦਾਂ ਦੀ ਚਮਚਾਗਿਰੀ ਬਹੁਤ ਕੀਤੀ ਜੀ। ਫਿਰ ਕਿਤੇ ਜਾ ਕੇ ਕੁਝ ਮਿਲਿਆ ਜੀ, ਪ੍ਰਾਪਤ ਹੋਇਆ ਦੇਖੋ। ਹਾਂਜੀ। ਅੱਛਾ, ਉਸਤਾਦ ਛੇਤੀ ਛੇਤੀ ਹੱਥ ਧਰਾ ਦਿੰਦੇ ਸੀਗੇ? ਉਸਤਾਦਾਂ ਦਾ ਹੱਥ ਜੇ ਨਾ ਹੋਵੇ ਜੀ ਬੰਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੈ। ਨਹੀਂ, ਮਤਲਬ ਮੰਨ ਜਾਂਦੇ ਸੀਗੇ ਵੀ ਜਦੋਂ ਕਿਸੇ ਕੋਲੇ ਜਾਣਾ, ਕਿਸੇ ਤੋਂ ਦੇਖਿਆ ਲੈਣੀ ਆਪਾਂ ਕਹਿ ਦਿੰਦੇ ਆ, ਕਿਸੇ ਨੂੰ ਉਸਤਾਦ ਧਰਨਾ, ਸੁਣਿਆ ਮੈਂ ਕਿ ਉਸਤਾਦ ਪਹਿਲਾਂ ਛੇਤੀ ਛੇਤੀ ਮੰਨਦੇ ਨਹੀਂ ਸੀ ਹੁੰਦੇ। ਨਹੀਂ, ਸਾਡਾ ਉਸਤਾਦ ਜੀ ਉਹਦੀ ਸੋਚ ਐਵੇਂ ਨਹੀਂ ਸੀਗੀ ਸੀ। ਉਹ ਕਹਿੰਦਾ ਵੀ ਆਓ ਤੁਸੀਂ, ਕੋਈ ਵੀ ਬੰਦਾ ਹੈ ਖਾੜੇ 'ਚ ਆਓ, ਜਿਹੜੇ ਬੰਦੇ ਨੇ ਮਿਹਨਤ ਲਾਣੀ ਹੈ ਉਹਦਾ ਆਪਣਾ ਮਨ ਕਰੂਗਾ, ਕੋਈ ਜ਼ਬਰਦਸਤੀ ਨਹੀਂ ਹੈ। ਕਿਉਂਕਿ ਜਿਹੜਾ ਆ ਗਿਆ ਡੇਲੀ ਅਸੀਂ ਆਉਣਾ, ਬਸਤਾ ਰੱਖ ਦੇਣਾ। ਫਿਰ ਉਹਨੇ ਵੇਖਿਆ ਇੱਕ ਨਰਿੰਦਰ ਪਹਿਲਵਾਨ ਹੁੰਦਾ ਸੀਗਾ ਤੇ ਉਹ ਵੀ ਮੇਰੇ ਨਾਲ ਮੇਰਾ ਜੋੜੀਦਾਰ ਸੀਗਾ। ਅਸੀਂ ਉਸ ਟਾਈਮ ਸਾਡਾ ਨਾਂ ਸੀਗਾ ਸੁਰਿੰਦਰ ਨਰਿੰਦਰ, ਬਹੁਤ ਵੇਟ ਚੱਕਿਆ ਜੀ ਅਸੀਂ। ਤੇ ਅਸੀਂ ਰੋਜ਼ ਆਉਣਾ, ਬਸਤੇ ਨੂੰ ਰੱਖ ਦੇਣਾ। ਫਿਰ ਉਹਨੇ ਲੱਗਿਆ ਉਹਨੂੰ ਵੀ ਇਹਨੂੰ ਰੁਚੀ ਹੈ ਬਾਈ ਨੂੰ ਤੇ ਇਹਨਾਂ ਨੂੰ ਲਾਣਾ ਚਾਹੀਦਾ, ਇਹ ਮੁੰਡਾ ਕੁਝ ਕਰਨਾ ਚਾਹੁੰਦਾ। ਤੇ ਸਾਨੂੰ ਉਹਨੇ ਸੋਹਣਾ ਚੰਡਿਆ ਜੀ। ਫਿਰ ਆਪਣੇ ਟਾਈਮ 'ਚ ਦੇਖੋ ਕਿਵੇਂ ਚੰਡਿਆ? ਚੰਡਿਆ ਜੀ, ਡੇਲੀ ਪਲੇਟਾਂ ਕਢਾਉਣੀਆਂ ਜੀ, ਇੱਥੇ ਪਾਣੀ ਦੀ ਬਾਲਟੀਆਂ ਛਿੜਕੋ, 3.5 ਕੁਇੰਟਲ ਵੇਟ ਸੀਗਾ ਜੀ, ਬਾਹਰ ਕੱਢਣਾ ਧੁੱਪ ਦੇ ਵਿੱਚ, ਫਿਰ ਝਾੜੂ ਮਾਰਨਾ ਜੀ, ਬੜੇ ਪਾਪੜ ਪੇਲੇ ਆ ਜੀ। ਦੇਖੋ ਜਿਹੜੀ ਗੱਲ ਸੱਚ ਹੈ, ਸੱਚ ਹੈ। ਹਾਂਜੀ। ਉਸ ਤੋਂ ਬਾਅਦ ਪਹਿਲਾ ਬ੍ਰੇਕ ਹਾਂਜੀ। ਕਿੱਥੇ ਲੱਗਿਆ? ਪਹਿਲਾਂ ਜੀ ਮੈਂ ਡਿਸਟ੍ਰਿਕਟ ਖੇਡਿਆ ਜੀ। ਡਿਸਟ੍ਰਿਕਟ ਤੋਂ ਬਾਅਦ ਫਿਰ ਮੈਂ ਰੋਟਰੀ ਕਲੱਬ ਦੇ ਵਿੱਚ ਬੈਂਚ ਪ੍ਰੈਸ ਦਾ ਰਿਕਾਰਡ ਰੱਖਿਆ ਸੀਗਾ ਜੀ। ਕਿਹੜੇ ਸਾਲ ਦੀ ਗੱਲ ਹੈ? 96 ਦੀ ਹੈ ਜੀ। 96 ਦੀ ਗੱਲ। ਹਾਂ, ਪਰਮਜੀਤ ਸਿੰਘ ਸੈਣੀ ਦੇ ਨਾਂ ਤੇ ਮੈਂ ਰਿਕਾਰਡ ਰੱਖਿਆ ਸੀਗਾ ਸਟੇਜ ਤੇ ਉਸ ਟਾਈਮ ਤੋਂ ਫਿਰ ਮੇਰਾ ਨਾਂ ਹੋ ਗਿਆ ਸੀਗਾ। ਉਸ ਟਾਈਮ ਤੋਂ ਬਾਅਦ ਫਿਰ ਸਕੈਟ, ਡੈੱਡ, ਇਹ 3 ਚੀਜ਼ਾਂ ਹੁੰਦੀਆਂ ਜੀ, ਬੈਂਚ ਪ੍ਰੈਸ, ਸਕੈਟ, ਡੈੱਡ। ਉਹਦੇ ਵਿੱਚੋਂ ਟੋਟਲ ਜਿਹੜਾ ਪੰਜਾਬ 'ਚ ਫਸਟ ਆਉਂਦਾ ਉਹਨੂੰ ਕੱਢਦੇ ਆ। ਤੇ ਇਸ ਟਾਈਮ ਵੀ ਮੈਨੇ ਸਾਲ ਹੋ ਗਏ ਜੀ, ਮੈਂ ਗੇਮ ਨਹੀਂ ਛੱਡੀ। ਹੁਣ ਵੀ ਪਿੱਛੇ ਜੇ ਚਲੋ 100 ਟੈਨਸ਼ਨਾਂ ਦੁੱਖ ਆਉਂਦੇ ਆ, ਪਰ ਲੇਕਿਨ ਮੈਂ ਹਿੰਮਤ ਨਹੀਂ ਹਾਰਿਆ। ਤੇ ਮੈਂ ਹਰ ਇੱਕ ਇਨਸਾਨ ਨੂੰ ਇਹ ਕਹੂੰਗਾ, ਜੇ ਜ਼ਿਆਦਾ ਹੱਦ ਤੋਂ ਜ਼ਿਆਦਾ ਬੰਦਾ ਪਰੇਸ਼ਾਨ ਦੁਖੀ ਹੋਵੇ ਨਾ, 5 ਮਿੰਟ ਵਾਸਤੇ ਸ਼ਮਸ਼ਾਨ ਘਰ 'ਚ ਆ ਜੇ, ਮੈਂ ਕਹਿੰਦਾ ਉਹ ਟੈਨਸ਼ਨ ਫਰੀ ਹੋ ਜਾਊਗਾ ਜੀ। ਅੱਛਾ, ਕਾਰਨ ਕੀ ਮੰਨਦੇ ਹੋ? ਆਪਾਂ ਤੁਸੀਂ ਮੈਨੂੰ ਥੋੜਾ ਬਹੁਤਾ ਦਿਖਾ ਵੀ ਦਿਓ, ਮਤਲਬ ਬਹੁਤ ਸੋਹਣੀ ਜਗ੍ਹਾ ਏ, ਤੁਸੀਂ ਮੈਨੂੰ ਦਿਖਾ ਵੀ ਦਿਓ ਤੇ ਕਾਰਨ ਵੀ ਦੱਸੋ। ਹਾਂਜੀ, ਮੈਂ ਤੁਹਾਨੂੰ ਵਿਖਾ ਦਿੰਦਾ ਜੀ। ਇੱਥੇ ਮੇਰੀ ਪੇਂਟਿੰਗਸ ਵੀ ਲੱਗੀ ਹੋਈਆਂ ਤੇ ਮੈਂ ਪੇਂਟਿੰਗਾਂ ਕੀਤੀਆਂ ਕਰੋਨਾ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੇ ਸਾਡੇ ਇੱਥੇ ਦੇ ਪ੍ਰਧਾਨ ਜੀ ਨੇ, ਪਵਨ ਕੁਮਾਰ ਜੀ ਨੇ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਔਰ ਕਾਫੀ ਸਾਲਾਂ ਤੋਂ ਪ੍ਰਧਾਨ ਉਹੀ ਨੇ, ਉਹਨਾਂ ਦੀ ਗੁੱਡਵਿਲ ਹੈ ਤਾਂ ਉਹ ਇੰਨੇ ਸਾਲਾਂ ਤੋਂ ਪ੍ਰਧਾਨ ਨੇ, ਨਹੀਂ ਚੇਂਜ ਵੀ ਹੋ ਸਕਦਾ ਸੀਗਾ। ਤੇ ਉਹਨਾਂ ਦਾ ਬਹੁਤ ਤਗੜਾ ਯੋਗਦਾਨ ਹੈ ਜੀ ਇੱਥੇ। ਉਹਨਾਂ ਨੇ ਮੈਨੂੰ ਫਿਰ ਇਹ ਸ਼ੈੱਡ ਜਿਹੜੇ ਪੇਂਟਿੰਗ ਦੇ ਲਿਆ ਕੇ ਦਿੱਤੇ ਆ, ਕਲਰਸ ਵਗੈਰਾ ਲਿਆ ਕੇ ਦਿੱਤੇ ਆ ਵੀ ਸੁਰਿੰਦਰ ਕਰੋਨਾ ਹੋ ਰਿਹਾ, ਤੂੰ ਫ੍ਰੀ ਹੈ ਔਰ ਤੇਰੀ ਇੰਨੀ ਅੱਛੀ ਕਲਾ ਦਿੱਤੀ ਹੈ ਰੱਬ ਨੇ, ਤੇ ਤੂੰ ਕੁਛ ਤਾਂ ਇਸਤੇਮਾਲ ਕਰ। ਤੇ ਮੈਂ ਪ੍ਰਧਾਨ ਜੀ ਨੂੰ ਕਿਹਾ, ਮੈਂ ਕਿਹਾ ਜੀ ਦੱਸੋ ਹੁਕਮ। ਕਹਿੰਦਾ ਤੂੰ ਇੱਥੇ ਐਵੇਂ ਕਰ, 3 4 5 ਪੇਂਟਿੰਗਾਂ ਲਗਾ, ਲੋਕੀ ਉਹਨਾਂ ਨੂੰ ਵੇਖਣਗੇ, ਮਨ ਹੋਰ ਜਾ ਹੋਊਗਾ। ਤੇ ਫਿਰ ਉਹਨੂੰ ਵੇਖ ਕੇ ਲੋਕਾਂ ਦਾ ਮਨ ਹੋਰ ਜਾ ਹੋਊਗਾ ਤੇ ਉਹ ਆਪਣੇ ਪਰਿਵਾਰ ਨੂੰ ਭੁੱਲ ਜੂਗੇ, ਕਿਉਂਕਿ ਪੇਂਟਿੰਗ ਬਾਰੇ ਧਿਆਨ ਹੋ ਜਾਊਗਾ। ਤਾਂ ਇਸ ਕਰਕੇ ਜੀ ਫਿਰ ਮੈਂ ਪੇਂਟਿੰਗਾਂ ਕੁਝ ਬਣਾਈਆਂ, ਤੁਹਾਨੂੰ ਆਓ ਵਿਖਾ ਦਿੰਦਾ ਜੀ ਮੈਂ। ਦ ਸੋਲ ਇਜ਼ ਐਨ ਇਮੋਰਟਲ ਲਾਈਟ, ਯਾਨੀ ਕਿ ਜੋ ਰੂਹ ਹੈ ਉਹ ਇੱਕ ਅਮਰ ਜੋਤੀ ਹੈ। ਆਤਮਾ ਇੱਕ ਅਮਰ ਜੋਤੀ ਹੈ। ਆਤਮਾ ਇੱਕ ਅਮਰ ਜੋਤ ਹੈ। ਇਹਦਾ ਮਤਲਬ ਇਹ ਹੈ ਜੀ, ਕਿਉਂਕਿ ਬੰਦੇ ਦਾ ਜਿਹੜਾ ਸਰੀਰ ਹੈ ਉਹ ਜਲਦਾ, ਜਿਹੜੀ ਆਤਮਾ ਹੈ ਇੱਕ ਅਮਰ ਜੋਤ ਹੈ। ਜਿਵੇਂ ਅਮਰ ਜੋਤ ਬਣਾਈ ਹੋਈ ਜੀ ਮੈਂ, ਤਾਂ ਅਮਰ ਜੋਤ ਕਦੇ ਵੀ ਨਹੀਂ ਮਰ ਸਕਦੀ, ਕੱਟੀ ਨਹੀਂ ਜਾ ਸਕਦੀ, ਵੱਢੀ ਨਹੀਂ ਜਾ ਸਕਦੀ, ਪਾਣੀ ਦੇ ਵਿੱਚ ਡੁਬੋਈ ਨਹੀਂ ਜਾ ਸਕਦੀ। ਆਤਮਾ ਇੱਕ ਸਰੀਰ ਦੇ ਵਿੱਚ ਪਵਿੱਤਰ ਹੈ ਵੀਰ ਜੀ। ਹੁਣ ਜਿਵੇਂ ਕਿ ਇਨਸਾਨ ਦੀ ਮੌਤ ਹੋ ਗਈ ਤਾਂ ਜਦੋਂ ਬੰਦਾ ਉੱਪਰ ਜਾਂਦਾ ਹੈ ਤਾਂ ਰੱਬ ਸਾਰੇ ਸਰੀਰ ਸਮੇਤ ਕਿਉਂ ਨਹੀਂ ਬੁਲਾਉਂਦਾ ਹੈਗਾ? ਸਿਰਫ ਉਹਦੇ ਵਿੱਚੋਂ ਆਤਮਾ ਹੀ ਨਿਕਲ ਗਈ, ਜਿਹੜੀ ਵਧੀਆ ਚੀਜ਼ ਹੈ, ਪਿਓਰ ਚੀਜ਼ ਹੈ, ਰੱਬ ਉਹਨੂੰ ਆਪਣੇ ਚਰਨਾਂ ਦੇ ਵਿੱਚ ਸਵੀਕਾਰ ਕਰਦਾ ਹੈ। ਔਰ ਨਾਸ਼ਵਾਨ ਸਰੀਰ ਜਿਹੜਾ ਮਲ ਮੁੱਤਲਦਾ ਹੈ ਉਹ ਇੱਥੇ ਜਲ ਕੇ ਵੀਰ ਜੀ ਰਾਖ ਹੋ ਜਾਂਦਾ ਹੈ। ਤੁਹਾਨੂੰ ਕਾਫੀ ਲੰਬਾ ਸਮਾਂ ਹੋ ਗਿਆ ਹੈ, ਮਤਲਬ ਤੁਸੀਂ ਪਹਿਲਵਾਨੀ ਦੀ ਗੱਲ ਕੀਤੀ ਹੈ, ਵੇਟ ਲਿਫਟਿੰਗ ਤੁਸੀਂ ਕਰ ਰਹੇ ਹੋ। ਹਾਂਜੀ। ਇਹਨਾਂ ਗੱਲਾਂ ਦਾ, ਇਹਨਾਂ ਰੂਹਾਨੀ ਗੱਲਾਂ ਦਾ ਅਹਿਸਾਸ ਕਦੋਂ ਹੋਇਆ? ਮੈਂ ਬਚਪਨ ਤੋਂ ਜੀ, ਮੈਨੂੰ ਬਚਪਨ ਤੋਂ ਹੋਣ ਲੱਗ ਗਿਆ ਸੀਗਾ ਜੀ। ਜਦ ਇੱਥੇ ਕੋਈ ਮੁਰਦਾ, ਕਿਸੇ ਦੀ ਚਿਤਾ ਜਲਣੀ, ਮੈਂ ਬੈਠ ਜਾਂਦਾ ਜੀ। ਇਕਾਂਤ ਬਹੁਤ ਕੁਝ ਸਿਖਾਉਂਦਾ ਹੈ ਜੀ। ਤੇ ਮੈਂ ਸੋਚਦਾ ਹਾਂ ਵੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਲੋਕਾਂ ਦੀ ਇੱਥੇ ਡੈਥ ਹੋਈ ਹੈ, ਅਮੀਰਾਂ ਦੀ ਵੀ ਵੀਰ ਜੀ, ਗਰੀਬਾਂ ਦੀ ਵੀ, ਤੇ ਮੈਂ ਸੋਚਦਾ ਵੀ ਘਰ ਦੇ ਵਿੱਚ ਕਈ ਲੜਦੇ ਵੀ ਹੋਣਗੇ, ਝਗੜਦੇ ਵੀ ਹੁੰਦੇ, ਦਾਲ ਦੇ ਵਿੱਚ ਨਮਕ ਘੱਟ ਹੈ, ਬੋਰੀ ਬਿਸਤਰਾ ਠੀਕ ਨਹੀਂ, ਬੈੱਡ ਠੀਕ ਨਹੀਂ, ਬੜੇ ਪਿਆਰ ਨਾਲ ਜੀ ਇੱਥੇ ਜਲਦੇ ਆ। ਨਾ ਇੱਥੇ ਕੋਈ ਤਕੀਆ ਹੁੰਦਾ, ਨਾ ਦਰੀ ਹੁੰਦੀ, ਉਹ ਕੋਈ ਰੋਲਾ ਨਹੀਂ ਪਾਉਂਦੇ, ਬੜੇ ਇਕਾਂਤ ਹੋ ਕੇ ਸ਼ਾਂਤੀ ਨਾਲ, ਸਿਰਫ ਪਟਾਕਿਆਂ ਦੀ ਆਵਾਜ਼ ਆਉਂਦੀ ਹੈ। ਮੇਰੀ ਸੋਚ ਹੈ ਬੰਦੇ ਦਾ ਐਂਡ ਹੀ ਹੈ, ਕੁਛ ਵੀ ਨਹੀਂ ਹੈ ਜ਼ਿੰਦਗੀ 'ਚ। ਹਰ ਇੱਕ ਇਨਸਾਨ ਨੂੰ ਪ੍ਰੇਮ ਪਿਆਰ ਨਾਲ ਮਿਲੋ ਜੀ, ਤਾਂ ਕਿ ਬੰਦਾ ਬੰਦੇ ਨੂੰ ਦੇਖੋ, ਸੋ ਕੋ ਤੇ ਮਿਲਦਾ ਹੈ। ਤੁਸੀਂ ਮੈਨੂੰ ਲੱਭਦੇ ਆਏ ਹੋ, ਤੁਹਾਨੂੰ ਮੇਰੇ 'ਚ ਕੁਝ ਲੱਗਿਆ ਵੀਰ ਜੀ ਤਾਂ ਆਏ ਹੋ, ਪਤਾ ਕੀਤਾ ਕਿਸੇ ਤੋਂ, ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਵੈਸੇ ਤਾਂ ਮੈਂ ਅੱਜ ਤੱਕ ਮੇਰੀ ਕੋਈ, ਤੁਸੀਂ ਫਸਟ ਟਾਈਮ ਮੇਰੀ ਵੀਡੀਓ ਬਣਾ ਰਹੇ ਆ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਪੱਤਰਕਾਰ ਦਾ ਆਉਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ, ਤੁਹਾਡੇ ਲਈ ਨਹੀਂ। ਮੇਰਾ ਤਾਂ ਬਚਪਨ ਬੀਤਿਆ। ਪਰ ਸਾਨੂੰ ਬੜੀ ਹੈਰਾਨੀ ਹੋਈ ਵੀ ਪਹਿਲਵਾਨ ਜੀ ਪ੍ਰੈਕਟਿਸ ਕਰਦੇ ਇੱਥੇ,
ਪਹਿਲਵਾਨ ਜੀ ਪੇਂਟਿੰਗ ਕਰਦੇ ਇੱਥੇ, ਹਾਂਜੀ ਪਹਿਲਵਾਨ ਜੀ ਬੜੀ ਰੂਹਾਨੀ ਸੋਚ ਰੱਖਦੇ ਨੇ, ਹਾਂਜੀ ਆਖਰ ਇਹ ਮਿਲੀ ਜੁਲੀ ਸ਼ਖਸੀਅਤ ਦਾ ਰਾਜ਼ ਕੀ ਹੈ? ਇਹ ਜੀ ਪੇਂਟਿੰਗ ਦੇਖੋ, ਜਿਹੜਾ ਪੇਂਟਿੰਗ ਦਾ ਸ਼ੌਂਕ ਸੀਗਾ ਜੀ, ਪੇਂਟਿੰਗ ਤਾਂ ਮੇਰਾ ਬਚਪਨ ਤੋਂ ਸ਼ੌਂਕ ਹੈ ਜੀ, 10-12 ਸਾਲ ਦਾ। ਮੈਂ ਸੇਵਾ ਸੰਮਤੀ ਸਕੂਲ 'ਚ ਪੜ੍ਹਦਾ ਸੀਗਾ। ਸ਼ਾਇਦ ਮੇਰੀ ਮੈਡਮ ਵੀ ਅੱਜ ਮੈਨੂੰ ਦੇਖ ਰਹੀ ਹੋਊਗੀ, ਭਜਨ ਮੈਡਮ ਸੀਗੇ ਸੇਵਾ ਸੰਮਤੀ ਸਕੂਲ 'ਚ, ਤੇ ਉਹ ਮੈਨੂੰ ਕਹਿੰਦੇ ਸੀਗੇ ਸੁਰਿੰਦਰ ਮੈਨੂੰ ਇੰਨੀ ਪੇਂਟਿੰਗ ਨਹੀਂ ਆਉਂਦੀ, ਤੈਨੂੰ ਆਉਂਦੀ ਹੈ, ਕਿਵੇਂ ਕਰ ਲੈਂਦਾ ਤੂੰ? ਜੋ ਬੋਰਡ ਤੇ ਮੈਂ ਪੇਂਟਿੰਗ ਕਰਦਾ ਸੀਗਾ ਤੇ ਜਿਹੜੀ ਟੀਚਰ ਸੀਗੀ ਮੇਰੀ ਮੇਰੇ ਤੋਂ ਪੇਂਟਿੰਗ ਸਿੱਖਦੀ ਸੀਗੀ, ਉਹਦਾ ਨਾਮ ਸੀਗਾ ਭਜਨ ਮੈਡਮ। ਉਸ ਟਾਈਮ ਦੇ ਵਿੱਚ ਚੰਦਰ ਸ਼ਰਮਾ ਮੈਡਮ, ਸਰੋਜ ਮੈਡਮ, ਤੇ ਤਕਰੀਰਨ ਅਗਰ ਉਹ ਪਰਿਵਾਰ ਦੇ ਵਿੱਚ ਮੈਨੂੰ ਵੇਖ ਰਹੀ ਹੋਊਗੀ ਬੜਾ ਖੁਸ਼ ਹੋਊਗੀ ਵੀ ਸੁਰਿੰਦਰ ਛੋਟਾ ਜਿਹਾ ਹੁੰਦਾ ਸੀਗਾ, ਇਹਦੀ ਅੱਜ ਇੰਟਰਵਿਊ ਲੈ ਰਹੇ ਹਾਂ ਬਾਈ। ਤਾਂ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਜੀ। ਬਾਕੀ ਮੇਰਾ ਟੀਚਰਾਂ ਦਾ ਵੀ ਬੜਾ ਤਕੜਾ ਯੋਗਦਾਨ ਰਿਹਾ ਜੀ। ਮੈਂ ਸਕੂਲ ਦੇ ਵਿੱਚ ਇੱਕੇ ਜ਼ਿੰਦਗੀ 'ਚ ਮਾਰ ਖਾਧੀ ਹੈ ਜੀ। ਮੈਂ ਸਕੂਲ 'ਚ ਘੱਟ ਪੜ੍ਹਿਆ, 8ਵੀਂ 'ਚੋਂ ਹਟ ਗਿਆ ਸੀਗਾ ਜੀ। ਮੇਰਾ ਗੇਮ ਵੱਲ ਧਿਆਨ ਲੱਗ ਗਿਆ ਸੀਗਾ, ਇਹ ਲਾ ਲਓ ਤੁਸੀਂ। ਪਰ ਤੁਹਾਨੂੰ ਦੇਖ ਕੇ ਇੱਕ ਗੱਲ ਦਾ ਅੱਜ ਅਹਿਸਾਸ ਹੋ ਰਿਹਾ ਵਾ ਵੀ ਡਿਗਰੀ ਮੈਟਰ ਨਹੀਂ ਕਰਦੀ, ਨਹੀਂ ਕਰਦੀ ਜੀ। ਤੁਹਾਡੀ ਕਲਾ ਰਾਹ ਲੱਭ ਲੈਂਦੀ ਹੈ, ਤੁਹਾਡਾ ਟੈਲੈਂਟ ਰਾਹ ਲੱਭ ਲੈਂਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਮੇਰੇ ਖਿਆਲ ਨਾਲ ਤੁਸੀਂ ਬਹੁਤ ਸਾਰੇ ਲੋਕਾਂ ਦੀ, ਬਹੁਤ ਸਾਰੇ ਨੌਜਵਾਨਾਂ ਦੀ ਇਨਸਪੀਰੇਸ਼ਨ ਬਣੋਗੇ। ਹਾਂਜੀ, ਨਹੀਂ ਮੈਨੂੰ ਵੈਸੇ ਵੀ ਸਾਰਾ ਜਿਹੜਾ ਰਾਜਪੁਰਾ ਹੈ ਜੀ, ਮੇਰੇ ਜਿੰਨੇ ਵੀ ਜਿੰਮਾਂ ਦੇ ਸਪੋਰਟਸਮੈਨ ਮੁੰਡੇ ਆ ਜੀ, ਮੈਨੂੰ ਬਹੁਤ ਲਾਈਕ ਕਰਦੇ ਆ ਔਰ ਮੈਂ ਸਾਰਿਆਂ ਦਾ ਇੱਜ਼ਤ ਮਾਣ ਕਰਦਾ। ਤੇ ਜਾਣਦੇ ਹੋ ਸਾਰੇ ਜਿਮਾਂ ਦੇ ਵਿੱਚ? ਬਿਲਕੁਲ ਜੀ, ਮੈਨੂੰ ਵੈਸੇ ਵੀ ਜਾਣਦੇ ਆ, ਮੈਨੂੰ ਜਿੰਮ ਵਾਲੇ ਪੈਰੀ ਹੱਥ ਲਾਉਂਦੇ ਆ ਜੀ, ਮੇਰੇ ਬਹੁਤ ਇੱਜ਼ਤ ਮਾਣ ਕਰਦੇ ਜਿਹੜੇ ਮੁੰਡੇ ਨਵੇਂ ਅੱਜ ਕੱਲ੍ਹ ਆਏ ਨੇ, ਵੀ ਸੁਰਿੰਦਰ ਭਾਜੀ ਨੇ। ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਜਿੰਮ ਕੋਈ ਮਾੜਾ ਨਹੀਂ ਹੁੰਦਾ, ਪ੍ਰੈਕਟਿਸ ਲਾਉਣ ਵਾਲਾ ਬੰਦਾ ਮਾੜਾ ਹੁੰਦਾ ਹੈ। ਤੁਹਾਡੀ ਅਗਰ ਮਿਹਨਤ ਵਧੀਆ ਹੈ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਆ। ਤੇ ਮੈਂ ਤਾਂ ਇਹੀ ਕਹੂੰਗਾ ਸਪੋਰਟਸਮੈਨਾਂ ਨੂੰ ਵੀ ਮੇਰੇ ਵੀਰ ਪਿਓਰ ਮਿਹਨਤ ਲਾਓ ਜ਼ਿੰਦਗੀ ਦੇ ਵਿੱਚ। ਆਹ ਸਪਲੀਮੈਂਟ ਟੀਕਿਆਂ 'ਚ ਕੁਝ ਨਹੀਂ ਰੱਖਿਆ, ਫਿਰ ਅਮਲੀਆਂ 'ਚ ਭਲਵਾਨਾਂ 'ਚ ਕੋਈ ਫਰਕ ਨਹੀਂ ਹੈ। ਜੇ ਵੇਟ ਤੁਸੀਂ ਟੀਕਾ ਲਾ ਕੇ ਹੀ ਚੱਕਣਾ ਔਰ ਮੈਡੀਸਨ ਦੇ ਕੇ ਹੀ ਚੱਕਣਾ, ਫਿਰ ਤੁਹਾਡੇ ਸਰੀਰ ਦੀ ਮਿਹਨਤ ਕੀ ਹੈ ਜੀ, ਉਹਦਾ ਕੋਈ ਫਾਇਦਾ ਨਹੀਂ। ਅੱਛਾ ਸੁਰਿੰਦਰ ਜੀ, ਇੱਕ ਗੱਲ ਹੋਰ ਤੁਹਾਡੇ ਨਾਲ ਗੱਲ ਕਰਦੇ ਹੋਏ ਦਿਮਾਗ ਦੇ ਵਿੱਚ ਆਈ। ਹਾਂਜੀ ਹਾਂਜੀ ਜ਼ਰੂਰ। ਵੀ ਤੁਸੀਂ ਤਾਂ ਪੱਥਰ ਚੱਕ ਕੇ ਪ੍ਰੈਕਟਿਸ ਕੀਤੀ, ਹਾਂਜੀ ਹਾਂਜੀ, ਤੁਸੀਂ ਮੁੱਢ ਚੱਕ ਕੇ ਪ੍ਰੈਕਟਿਸ ਕੀਤੀ, ਹਾਂਜੀ ਹਾਂਜੀ। ਫਿਰ ਜੋ ਇਹ ਜਿਮ ਬਣੇ ਨੇ ਇਹ ਜ਼ਰੂਰੀ ਨੇ ਜਾਂ ਫਿਰ ਇਹਨਾਂ ਤੋਂ ਬਿਨਾਂ ਵੀ ਪ੍ਰੈਕਟਿਸ ਕੀਤੀ ਜਾ ਸਕਦੀ? ਨਹੀਂ ਦੇਖੋ ਜੀ, ਪਹਿਲਾਂ ਤਾਂ ਆਪਾਂ ਮੰਨ ਲੈਂਦੇ ਸੀਗੇ ਵੀ ਹੋ ਸਕਦੀ ਸੀਗੀ ਪ੍ਰੈਕਟਿਸ, ਤੇ ਹੁਣ ਤੇ ਜਿਮ ਜ਼ਰੂਰੀ ਨੇ। ਜਿਹੜੇ ਨਵੇਂ ਮੁੰਡੇ ਜੀ ਨਸ਼ਿਆਂ ਵੱਲ ਜਾ ਰਹੇ ਆ, ਉਹਨਾਂ ਨੂੰ ਕੀ ਪਤਾ ਜਿਮ ਕੀ ਹੁੰਦਾ ਹੈ। ਅੱਜ ਕੱਲ੍ਹ ਦੇ ਮੁੰਡਿਆਂ ਨੂੰ ਪਤਾ ਹੀ ਨਹੀਂ ਵੀ ਟ੍ਰਾਈਸੈਪਸ ਕੀ ਹੁੰਦਾ ਹੈ, ਬੈਂਚ ਪ੍ਰੈਸ ਕੀ ਹੁੰਦੀ ਹੈ, ਡੈੱਡ ਕੀ ਹੁੰਦੀ ਹੈ, ਸਕੈਟ ਕੀ ਹੁੰਦੀ ਹੈ, ਸ਼ੋਲਡਰ ਸੈੱਟ ਕਿਵੇਂ ਲੱਗਦੇ ਆ। ਤਾਂ ਜਿਮ ਦੇ ਵਿੱਚ ਜਿਹੜੇ ਕੋਚ ਬੈਠੇ ਆ ਜੀ, ਉਹਨਾਂ ਦਾ ਬਹੁਤ ਤਕੜਾ ਯੋਗਦਾਨ ਹੈ। ਜਿਹੜੇ ਮੁੰਡੇ ਜਿਮਾਂ ਦੇ ਵਿੱਚ ਜਾ ਰਹੇ ਆ, ਵਿਚਾਰੇ ਬਾਈਕਾਂ 'ਤੇ ਜਾ ਰਹੇ ਆ, ਰੋਜ਼ ਅਪ ਡਾਊਨ ਕਰ ਰਹੇ ਆ, ਖਰਚਾ ਕਰ ਰਹੇ ਆ। ਤੇ ਮੈਂ ਇੱਕ ਗੱਲ ਹੋਰ ਮੈਨੂੰ ਯਾਦ ਆਈ ਹੈ, ਸਾਲ ਦੇ ਵਿੱਚ ਇੱਕ ਪਲੇਅਰ ਇੰਨਾ ਵਧੀਆ ਮਿਹਨਤ ਲਾਉਂਦਾ ਹੈ ਜੀ, ਖਰਚਾ ਵੀ ਕਰਦਾ ਹੈ, ਆਪਣੇ ਸਰੀਰ 'ਤੇ ਵੀ ਲਾਉਂਦਾ ਹੈ। ਤੇ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਜਦ ਲੜਦਾ ਹੈ ਜਾਂ ਕੋਈ ਫਸਟ ਆ ਜਾਏ, ਸੈਕਿੰਡ ਆ ਜਾਏ, ਥਰਡ ਆ ਜਾਏ, ਲੋਕੀ ਸਟੇਜ ਤੇ ਚੜਾ ਕੇ ਨਾ ਉਹ ਸਿਲਵਰ ਕਲਰ ਦਾ ਜੀ 50 ਰੁਪਏ ਦਾ ਮੈਡਲ ਪਾ ਦਿੰਦੇ ਆ, ਤਾੜੀਆਂ ਮਾਰ ਦਿੰਦੇ ਆ। ਮੈਂ ਇਹ ਕਹਿੰਦਾ ਸਰਕਾਰ ਨੂੰ ਵੀ ਘੱਟ ਤੋਂ ਘੱਟ ਜਿਹੜੇ ਬੰਦੇ ਨੇ ਮਿਹਨਤ ਲਾਈ ਹੈ ਉਹਨਾਂ ਕੁ ਤਾਂ ਉਹਨੂੰ ਪੈਸਾ ਦੇ ਦਿਓ। ਜੇ ਸਾਲ ਦਾ ਜਿਹੜਾ ਉਹਦਾ ਖਰਚਾ ਉਹਨਾਂ ਕੁ ਵੀ ਦੇ ਦਿਓ, ਤਦ ਵੀ ਪਲੇਅਰ ਖੁਸ਼ ਹੋ ਜਾਊਗਾ। ਤਾਂ ਪਲੇਅਰਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਪਲੇਅਰਾਂ ਨੂੰ ਉਹ ਮਿਹਨਤ ਦਾ ਫਲ ਨਹੀਂ ਮਿਲਦਾ ਜੀ, ਕਿਸੇ ਨੂੰ ਵੀ ਨਹੀਂ ਮਿਲਦਾ। ਅੱਛਾ, ਇੱਕ ਪਲੇਅਰ ਤਿਆਰ ਹੋਣ ਤੇ, ਵੇਟ ਲਿਫਟਰ ਤਿਆਰ ਹੋਣ ਤੇ ਸਾਲ ਭਰ ਦਾ ਕਿੰਨਾ ਕੁ ਖਰਚਾ ਆ ਜਾਂਦਾ? ਬਹੁਤ ਆ ਜਾਂਦਾ ਜੀ, ਲੱਖਾਂ ਰੁਪਏ ਤੱਕ ਆ ਜਾਂਦਾ ਜੀ। ਖਰਚਾ ਨਹੀਂ ਜੀ, ਤੁਸੀਂ ਖਰਚਾ ਨਾ ਗਿਣੋ, ਤੁਸੀਂ ਉਸ ਪਲੇਅਰ ਦੀ ਮਿਹਨਤ ਗਿਣੋ ਨਾ। ਸਵੇਰੇ ਉੱਠਣਾ, 5 ਵਜੇ ਜਾਣਾ, ਫਿਰ ਸ਼ਾਮ ਨੂੰ ਪ੍ਰੈਕਟਿਸ ਲਾਣੀ, ਸਰੀਰ ਨੂੰ ਤੋੜਨਾ ਜੀ ਖਾਲਾ ਜੀ ਦਾ ਕੰਮ ਨਹੀਂ। ਦੁੱਧ ਵਧਾਵੇ ਹੁਸਨ, ਘੀ ਵਧਾਵੇ ਜ਼ੋਰ, ਦੋਨੇ ਚੀਜ਼ਾਂ ਕੁਝ ਵੀ ਨਹੀਂ, ਬੇਫਿਕਰੀ ਕੁਝ ਹੋਰ। ਸਮਝ ਗਏ ਨਾ? ਤੇ ਇਹ ਹੈ ਵੀ ਜਿਹੜਾ ਬੰਦਾ ਫ੍ਰੀ ਮਾਈਂਡ ਰਹੂਗਾ, ਮੈਂ ਜ਼ਿੰਦਗੀ 'ਚ ਫ੍ਰੀ ਮਾਈਂਡ ਰਿਹਾ ਜੀ। ਹੁਣ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਏਜ ਤੱਕ ਮੇਰੀ 50 ਸਾਲ ਤੱਕ ਏਜ ਹੋ ਗਈ, ਤਕਰੀਬਨ ਸਾਰਿਆਂ ਨੂੰ ਪਤਾ ਹੈ। ਹੁਣ ਤੁਸੀਂ ਮੈਨੂੰ ਕਹਿੰਦੇ ਆ ਫਿੱਟ ਹੈ, ਚਲੋ ਕਿਰਪਾ ਹੈ ਮਾਲਕ ਦੀ। ਤੁਸੀਂ 35 ਤੋਂ ਉੱਤੇ ਦੇ ਨਹੀਂ ਲੱਗਦੇ? ਚਲੋ ਨਹੀਂ ਲੱਗਦੇ ਜੀ, ਕਿਰਪਾ ਹੈ ਮਾਲਕ ਦੀ, ਮੈਂ ਤੁਹਾਨੂੰ ਕਿਹਾ। ਪਰ ਮੈਂ ਜ਼ਿੰਦਗੀ ਦੇ ਵਿੱਚ ਫ੍ਰੀ ਮਾਈਂਡ ਰਿਹਾ, ਮੈਂ ਕਦੇ ਟੈਨਸ਼ਨ ਨਹੀਂ ਲਿੱਤੀ ਔਰ ਆਉਣ ਵਾਲੇ ਟਾਈਮ 'ਚ ਮੈਂ ਲਵਾਂਗਾ ਵੀ ਨਹੀਂ ਟੈਨਸ਼ਨ। ਸਰੀਰਕ ਤੌਰ ਤੇ ਮੈਨੂੰ ਕੋਈ ਬਿਮਾਰੀ ਨਹੀਂ, ਮਾਲਕ ਦੀ ਕਿਰਪਾ ਜੀ ਮੇਰੇ ਤੇ ਬਹੁਤ। ਇੱਕ ਤੁਸੀਂ ਗੱਲ ਕਹੀ ਸੀ ਕੁਝ ਦੇਰ ਪਹਿਲਾਂ ਵੀ ਇੱਥੇ ਆ ਕੇ ਸਾਰੇ ਦੁੱਖ ਛੋਟੇ ਲੱਗਦੇ ਆ। ਸ਼ਮਸ਼ਾਨ ਘਾਟ ਜੀ, ਸ਼ਾਂਤ, ਜਿੱਥੇ ਆ ਕੇ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਜੀ ਔਰ ਬੰਦਾ ਖਤਮ ਹੀ ਹੋ ਜਾਂਦਾ ਤਾਂ ਸ਼ਾਂਤ ਹੋ ਗਿਆ, ਉਹਨੇ ਸਾਰਾ ਜ਼ਿੰਦਗੀ ਦਾ ਸਫ਼ਰ ਤੈਅ ਕਰ ਲਿਆ ਜੀ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਜਦ ਬੰਦੇ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਆਉਂਦੇ ਨਾ ਵੀਰ ਜੀ, ਤਾਂ ਇਹ ਚੀਜ਼ਾਂ ਬਾਹਰ ਰਹਿ ਜਾਂਦੀਆਂ, ਪਿੱਛਾ ਕਰਦੀਆਂ। ਜਦ ਤੱਕ ਬੰਦਾ ਸ਼ਮਸ਼ਾਨ ਘਾਟ ਦੇ ਅੰਦਰ ਨਾ ਜਾਵੇ ਅਰਥੀ, ਇਹ ਬਾਹਰ ਖੜੀ ਹੋ ਜਾਂਦੀਆਂ, ਤਾਂ ਫਿਰ ਇਹ ਅੰਦਰ ਨਹੀਂ ਆ ਸਕਦੀ। ਇਹਨਾਂ ਦੀ ਐਂਟਰੀ ਨਹੀਂ ਹੈ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦੀ ਜੀ। ਉਹਨਾਂ ਨੂੰ ਪਤਾ ਵੀ ਇਹ ਸਰੀਰ ਨਾਸ਼ਵਾਨ ਹੋ ਗਿਆ, ਹੁਣ ਇਹ ਸਾਡੇ ਮਤਲਬ ਦਾ ਨਹੀਂ। ਅੱਗੇ ਜਿਹੜੇ ਆਤਮਾ ਜਨਮ ਲਊ ਵੀ ਉਹਨੂੰ ਜਾ ਕੇ ਚਿਮੜੀਏ। ਉਹ ਫਿਰ ਜਿਹਦਾ ਜਨਮ ਹੁੰਦਾ ਹੈ, ਫਿਰ ਉਹ ਬਚਪਨ ਤੋਂ ਤੁਹਾਨੂੰ ਪਤਾ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਉਹਨੂੰ ਚਿਮੜੀਆਂ ਵੀ। ਤਾਂ ਇਹ ਹੈ ਵੀਰ ਜੀ, ਜੀਵਨ ਛੋਟਾ ਜਿਹਾ ਹੈ, ਸਾਰੇ ਬੰਦਿਆਂ ਨਾਲ ਪ੍ਰੇਮ ਪਿਆਰ ਨਾਲ ਰਹੋ। ਤਾਂ ਮੇਰੀ ਸੋਚ ਇਹ ਹੈ, ਕਹਿੰਦੇ ਨਹੀਂ ਉਹ ਤੋੜ ਕੇ ਤਿਨਕੇ ਘਰਾਂ ਨੂੰ ਜਾਣਗੇ,
ਜਿਨ੍ਹਾਂ ਲਈ ਕਰਦਾ ਰਿਹਾ ਤੂੰ ਚੋਰੀਆਂ ਠੱਗੀਆਂ, ਅੰਤ ਵੇਲੇ ਤੋੜ ਕੇ ਤਿਨਕੇ ਉਹੀ ਘਰਾਂ ਨੂੰ ਜਾਣਗੇ। ਪਹਿਨਦਾ ਸੀ ਪੋਸ਼ਾਕਾਂ ਤੂੰ ਰੇਸ਼ਮੀ ਜੀ, ਹੁਣ ਮੈਂ ਵਧੀਆ ਜੀ ਟੀ-ਸ਼ਰਟ ਪਾਈ ਵੀ, ਤੁਸੀਂ ਵੀ ਪਾਈ ਵੀ ਹੈ, ਤੇ ਪਹਿਨਦਾ ਸੀ ਪੋਸ਼ਾਕਾਂ ਤੂੰ ਰੇਸ਼ਮੀ, ਘਟੀਆ ਜੀ ਚਾਦਰ ਤੇਰੇ ਤੇ ਪਾਣਗੇ, ਤੋੜ ਕੇ ਤਿਨਕੇ ਘਰਾਂ ਨੂੰ ਜਾਣਗੇ। ਤਾਂ ਸੰਸਾਰ ਹੈ ਜੀ, ਇੱਥੇ ਤੁਹਾਡਾ ਘਰ ਤੁਹਾਡਾ ਉਹ ਨਹੀਂ ਹੈ ਜਿੱਥੇ ਤੁਸੀਂ ਰਹਿ ਰਹੇ ਹੈ, ਅਸਲੀ ਘਰ ਇਹੀ ਹੈ ਜੀ। ਔਰ ਹਮੇਸ਼ਾ ਮੈਂ ਤਾਂ ਇਹਨੂੰ ਆਪਣਾ ਘਰ ਹੀ ਸਮਝਿਆ ਜੀ। ਲੋਕੀ ਜ਼ਰੂਰ ਸਮਝਦੇ ਆ ਸ਼ਮਸ਼ਾਨ ਘਾਟ, ਮੈਂ ਜੀ ਇਸ ਨੂੰ ਘਰ ਸਮਝਿਆ ਜੀ ਬਚਪਨ ਤੋਂ। ਅੱਛਾ, ਲੋਕੀ ਸ਼ਮਸ਼ਾਨ ਘਾਟ ਸਮਝਦੇ ਨੇ। ਹਾਂਜੀ ਹਾਂਜੀ ਸ਼ਮਸ਼ਾਨ ਘਾਟ ਦੇ ਨਾਂ ਤੋਂ ਡਰਦੇ ਵੀ ਬਹੁਤ ਨੇ। ਹੁਣ ਮੈਂ ਪਿੱਛੇ ਦੇਖ ਸਕਦਾ ਕਿ ਸ਼ਮਸ਼ਾਨ ਭੂਮੀ ਹੈ ਸਾਰੀ, ਹਾਂਜੀ ਹਾਂਜੀ ਬਿਲਕੁਲ, ਜਿੱਥੇ ਕਿ ਆਖਰੀ ਮੰਜ਼ਿਲ ਜਿਹਨੂੰ ਆਪਾਂ ਕਹਿ ਲਈਏ ਇਨਸਾਨ ਦੀ। ਬਿਲਕੁਲ ਠੀਕ ਹੈ ਜੀ। ਬਿਲਕੁਲ ਲੋਕ ਆਉਂਦੇ ਨੇ ਇੱਥੇ, ਹਾਂਜੀ ਹਾਂਜੀ ਆਪਣਿਆਂ ਨੂੰ ਹੀ ਫੂਕਦੇ ਨੇ, ਹਾਂਜੀ ਹਾਂਜੀ ਪਰ ਫਿਰ ਉਹਨਾਂ ਤੋਂ ਹੀ ਡਰਦੇ ਨੇ, ਚੱਕਣ ਤੋਂ ਕਤਰਾਉਂਦੇ ਨੇ। ਹਾਂਜੀ। ਇਕੱਠਾ ਕਰਨ ਵੇਲੇ ਮੈਂ ਕਹਿੰਦਾ ਵੀ ਧੀ ਪੁੱਤ ਕੋਈ ਨਹੀਂ ਨੇੜੇ ਲੱਗਦਾ। ਬਿਲਕੁਲ ਬਿਲਕੁਲ ਜੀ। ਤੇ ਤੁਹਾਨੂੰ ਕਦੇ ਡਰ ਨਹੀਂ ਲੱਗਿਆ, ਕੋਈ ਭੈ ਨਹੀਂ ਆਇਆ ਇੱਥੋਂ? ਨਹੀਂ ਜੀ, ਮੈਂ ਜ਼ਿੰਦਗੀ 'ਚ ਕੋਈ ਇਨਸਾਨ ਜਿੰਦਾ ਹੈ ਔਰ ਮਰ ਜੇ, ਮੈਂ ਉਹਦੇ 'ਚ ਕੋਈ ਫਰਕ ਨਹੀਂ ਸਮਝਦਾ ਜੀ, ਕਿਉਂਕਿ ਸਿਰਫ ਉਹਦੇ ਵਿੱਚੋਂ ਆਤਮਾ ਨਿਕੜੀ ਹੈ, ਆਤਮਾ ਚਲੇਗੀ। ਸਰੀਰ ਉਹੀ ਨਾਸ਼ਵਾਨ ਹੈ ਜੀ, ਜੋ ਚਾਹੇ ਉਹਨੂੰ ਤੁਸੀਂ ਫੁੱਕੋ, ਚਾਹੇ ਤੁਸੀਂ ਉਹਨੂੰ ਜਲਾਓ, ਉਹਦਾ ਕੋਈ ਮੈਟਰ ਨਹੀਂ ਹੈ। ਤੁਹਾਡੇ ਅੰਦਰ ਇਸ ਟਾਈਮ ਤੁਸੀਂ ਮੇਰੀ ਜਿਹੜੀ ਇੰਟਰਵਿਊ ਲੈ ਰਹੇ ਹੋ, ਤੁਹਾਡੇ ਅੰਦਰ ਵੀ ਇੱਕ ਬੋਲਦਾ ਰਾਮ ਹੈ, ਆਤਮਾ ਇੱਕ ਭਗਵਾਨ ਹੈ। ਹਰ ਇੱਕ ਬੰਦੇ ਦੇ ਅੰਦਰ ਆਤਮਾ ਪ੍ਰਵੇਸ਼ ਕੀਤੀ ਵੀ ਆਤਮਾ ਨੇ, ਹਰ ਇੱਕ ਬੰਦੇ ਨੂੰ ਚਲਾ ਰਹੀ ਹੈ। ਉਹੀ ਜੁੱਤੇ ਗੱਠਣ ਵਾਲਾ ਹੈ, ਉਹੀ ਬੰਦਾ ਜੁੱਤਿਆਂ ਨੂੰ ਪਹਿਰਨ ਵਾਲਾ ਹੈ, ਉਹੀ ਕੱਪੜਿਆਂ ਦੀ ਸਿਲਾਈ ਕਰਦਾ ਹੈ, ਉਹੀ ਕੱਪੜੇ ਪਾਉਂਦਾ ਹੈ, ਸਮਝ ਗਏ ਨਾ, ਉਹੀ ਬਾਜ਼ਾਰ 'ਚ ਵੇਚ ਰਿਹਾ, ਉਹੀ ਆਪਾਂ ਖਾ ਰਹੇ ਹਾਂ। ਤਾਂ ਅੰਦਰ ਜਿਹੜੀ ਇੱਕ ਜੋਤ ਹੈ, ਉਹ ਸਰਕਲ ਰੱਬ ਨੇ ਚਲਾਇਆ ਵਾ ਸਾਰਿਆਂ ਦਾ ਵਿੱਚ ਵੜ ਕੇ। ਇਹ ਸਰਕਲ ਦੇ ਵਿੱਚ ਇਹ ਆ ਵੀ ਆਪਾਂ ਕਰਮ ਲਾ ਲਓ, ਆਪਾਂ ਕਹਿ ਦਿੰਦੇ ਹਾਂ ਵੀ ਕਰਮ ਹੈ ਬਾਈ, ਤੇਰੇ ਕਰਮ ਸੀਗੇ, ਤਾਂ ਕਰਮ ਵੀ ਲਾ ਲਓ ਕੁਛ। ਜਦ ਬੰਦਾ ਐਂਡ ਹੋ ਗਿਆ ਬੰਦੇ ਦਾ, ਤਾਂ ਮੈਨੂੰ ਇਹ ਪਤਾ ਅਸਲੀ ਕਰਮ ਕੁਰਮ ਸਭ ਇੱਥੇ ਆ ਕੇ ਖਤਮ ਹੋ ਜਾਂਦੇ ਆ। ਇੱਥੇ ਡਰ ਕੋਈ ਨਹੀਂ ਹੈ। ਮੈਂ ਬਚਪਨ ਤੋਂ ਘੱਟ ਤੋਂ ਘੱਟ 30-40 ਟੂਣੇ ਜਿਹੜੇ ਕਰਦੇ ਸੀਗੇ ਲੋਕੀ। ਹੁਣ ਮੈਂ ਤੁਹਾਨੂੰ ਹਾਸੀ ਵਾਲੀ ਗੱਲ ਦੱਸਦਾ, ਦੇਖੋ ਜਿਹੜੀ ਗੱਲ ਸੱਚ ਹੈ ਦੱਸਣੀ ਚਾਹੀਦੀ ਹੈ। ਜਦ ਤੁਸੀਂ ਮੇਰੇ ਤੋਂ ਇੰਨਾ ਕੁ ਪੁੱਛ ਲਿਆ ਤਾਂ ਮੈਨੂੰ ਕੋਈ ਲੁਕਾਉਣਾ ਨਹੀਂ ਚਾਹੀਦਾ। ਇੱਥੇ ਟੂਣੇ ਕਰਦੇ ਸੀਗੇ, ਟੂਣਿਆਂ ਦੇ ਜੀ ਬਰਫੀ ਦਾ ਡੱਬਾ ਜੀ, ਤੇ ਜੀ ਬਰਫੀ ਦਾ ਡੱਬਾ 50 ਦਾ ਨੋਟ ਰੱਖਦੇ ਆ, ਲੱਡੂ ਰੱਖਦੇ। ਮੈਂ ਵੇਖਣਾ ਜੀ, ਬੰਦੇ ਕਹਿੰਦੇ ਭਲਵਾਨ ਜੀ ਆ ਟੂਣਾ ਹੈ, ਮੈਂ ਜਾ ਕੇ ਨਾ ਉਹਨੂੰ ਠੁੱਡ ਮਾਰਨੀ ਜਿਹੜੇ ਵਿੱਚ ਠੁੱਠੀ ਠਾਠੀ ਰੱਖੀ ਹੁੰਦੀ ਜੀ, ਤੇ ਮੈਂ ਲੱਡੂ ਚੱਕਣੇ ਔਰ ਬਰਫੀ ਦਾ ਡੱਬਾ ਚੱਕਣਾ। ਇੱਥੇ ਮਾਲੀਆਂ ਨੂੰ ਕਹਿਣਾ ਚਾਹ ਬਣਾਓ, ਉਹਦੇ ਨਾਲ ਮੈਂ ਬੜੇ ਪਿਆਰ ਨਾਲ ਖਾਂਦਾ ਸੀਗਾ। ਤੇ ਉਹ ਜਿਹੜੇ 50-100 ਰੁਪਏ ਤਾਂ ਆਪਣੀ ਜੇਬ 'ਚ ਪਾਉਂਦਾ ਸੀਗਾ, ਕੇਲੇ ਕੁਲੇ ਲਿੱਤੇ, ਇੱਥੇ ਡੰਡ ਮਾਰੇ, ਤਾਂ ਮਿਹਨਤ ਲਾਈ। ਤਾਂ ਕਦੇ ਵੀ ਮੈਂ ਸਾਰੇ ਬੰਦਿਆਂ ਨੂੰ, ਜਿਹੜੇ ਵੀ ਮੇਰੇ ਪੰਜਾਬੀ ਆ, ਪੰਜਾਬ ਦੇ ਆ, ਜਿਹੜੇ ਵੀ ਮੈਨੂੰ ਵੇਖ ਰਹੇ ਆ, ਜ਼ਿੰਦਗੀ ਦੇ ਵਿੱਚ ਕਦੇ ਇਹ ਨਾ ਸੋਚਿਓ ਤੁਸੀਂ ਵੀ ਸ਼ਮਸ਼ਾਨ ਘਾਟ ਦੇ ਵਿੱਚ ਭੂਤ ਪ੍ਰੇਤ ਹੁੰਦੇ ਆ, ਬਿਲਕੁਲ ਨਹੀਂ ਹੁੰਦੇ ਜੀ। ਆ ਟੂਣੇ ਟਾਮਣਾ ਦੇ ਵਿਸ਼ਵਾਸ ਨਾ ਕਰਿਓ। ਮੈਂ ਬਚਪਨ ਤੋਂ ਰਹਿ ਰਿਹਾ, ਜੇ ਮੈਨੂੰ ਤੁਸੀਂ ਸਮਝਦੇ ਉਹ ਕਹਿੰਦੇ ਭੂਤ ਚਿੰਬੜ ਜਾਂਦੇ ਆ। ਨਹੀਂ, ਭੂਤ ਹੁੰਦੀ ਨਹੀਂ ਜੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ 8 ਸਾਲ ਤੋਂ ਲੈ ਕੇ 50 ਸਾਲ ਦੀ ਏਜ ਹੋ ਗਈ, ਮੈਂ ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਡਰਾਇਆ ਵੀ ਨਹੀਂ, ਆਵਾਜ਼ ਵੀ ਨਹੀਂ ਮਾਰੀ। ਭੂਤਾਂ ਦੀ ਤਾਂ ਵੀਰ ਜੀ ਗੱਲ ਲੱਗ ਗਿਆ, ਨਹੀਂ, ਇਹ ਸਭ ਝੂਠ ਹੈ, ਪਖੰਡਬਾਜ਼ੀ ਹੈ। ਜੇ ਲੋਕਾਂ ਨੇ ਮਰ ਕੇ ਭੂਤ ਇਹ ਬਣਨਾ, ਭੂਤ ਇਹ ਬਣਨਾ ਫਿਰ ਉਹਦਾ ਮਤਲਬ ਕੀ? ਫਿਰ ਇਹਦਾ ਮਤਲਬ ਰੱਬ ਨਾਮ ਦੀ ਕੋਈ ਚੀਜ਼ ਨਹੀਂ। ਰੱਬ ਦਾ ਮਤਲਬ ਉਹ ਆਤਮਾਵਾਂ ਨੂੰ ਬੁਲਾ ਨਹੀਂ ਰਿਹਾ। ਰੱਬ ਇਹੋ ਜਿਹਾ ਤਾਂ ਨਹੀਂ ਹੋ ਸਕਦਾ ਵੀ ਸਾਰਿਆਂ ਨੂੰ ਭੂਤ ਬਣਾ ਕੇ ਨਚਾ ਰਿਹਾ ਹੋਵੇ। ਨਹੀਂ ਨਹੀਂ ਨਹੀਂ, ਜਦ ਕਰਮ ਹੈ ਹਰ ਇੱਕ ਇਨਸਾਨ ਦੇ ਉੱਤੇ, ਬੰਦਾ ਮਰ ਗਿਆ ਤਾਂ ਉਹ ਚੋਲੇ ਨੂੰ ਬਦਲਦਾ ਹੈ, ਹੋਰ ਰੂਪ 'ਚ ਪਾਉਂਦਾ ਹੈ। ਫਿਰ ਕਈ ਲੋਕੀ ਕਹਿ ਦਿੰਦੇ ਆ ਵੀ ਯਾਰ ਰੱਬ ਸਵਰਗ ਨਰਕ ਉੱਤੇ ਆ। ਗੁੱਸਾ ਨਾ ਮੰਨਿਓ, ਤੁਹਾਡਾ ਸਰੀਰ ਹੈ, ਮੈਂ ਤੁਹਾਡੇ ਚਾਕੂ ਛੁਰਾ ਸੂਈ ਮਾਰਾਂ, ਇਸ ਟਾਈਮ ਦਰਦ ਹੋਊਗਾ ਨਾ। ਜਦ ਇੱਥੇ ਆ ਕੇ ਤੁਹਾਡਾ ਵੀਰ ਜੀ ਸਰੀਰ ਜਲ ਗਿਆ, ਉਹ ਜਲ ਗਿਆ, ਸਿਰਫ ਆਤਮਾ ਉੱਤੇ ਗਈ ਹੈ ਨਾ, ਤਾਂ ਆਤਮਾ ਨੂੰ ਉੱਪਰ ਕੋਈ ਕਿਵੇਂ ਤੜਫਾ ਦੂਗਾ? ਰੱਬ ਐਵੇਂ ਦਾ ਹੈ ਨਹੀਂ ਵੀ ਤੈਨੂੰ ਬੱਕਰੀ ਯਾਰ ਕੁੱਤਾ ਬਣਾ ਕੇ ਫਿਰ ਡੰਡੇ ਮਾਰੇ, ਤਾਂ ਉਹਨੂੰ ਰੱਬ ਕੌਣ ਕਹੂਗਾ? ਤਾਂ ਇੱਥੋਂ ਜਿਹੜਾ ਜੀਵਨ ਸੀਗਾ ਸਵਰਗ ਨਰਕ ਦਾ, ਉਹ ਇੱਥੇ ਆਪਾਂ ਭੋਗ ਕੇ ਉੱਪਰ ਚਲੇ ਜਾਂਦੇ ਆ। ਰੱਬ ਦੀ ਡਿਊਟੀ ਸਿਰਫ ਇਹ ਹੈ ਵੀ ਨਹੀਂ, ਜੋ ਕਰਮ ਕੀਤੇ ਹੋਏ ਉਸ ਦੇ ਹਿਸਾਬ ਨਾਲ ਉਹ ਦੂਜੀ ਜੁਨੀ ਦੇ ਵਿੱਚ ਉਹਨੂੰ ਪਾ ਦਿੰਦਾ ਹੈ ਜੀ, ਜੋ ਮੇਰੀ ਸੋਚ। ਸੁਰਿੰਦਰ ਜੀ, ਪੇਂਟਿੰਗਸ ਦੀ ਆਪਾਂ ਗੱਲ ਕਰ ਰਹੇ ਸੀਗੇ, ਮੈਂ ਕਹਿੰਦਾ ਵੀ ਆਪਾਂ ਇੱਕ ਵਾਰੀ ਚੱਲ ਕੇ ਤੁਹਾਡੀਆਂ ਸਾਰੀਆਂ ਪੇਂਟਿੰਗਸ ਦੇਖ ਲਈਏ। ਬਿਲਕੁਲ ਜੀ, ਬਿਲਕੁਲ, ਆ ਜਾਓ, ਵਿਖਾ ਦੇਣਾ ਜੀ ਮੈਂ ਤੁਹਾਨੂੰ। ਹਾਂਜੀ ਪੱਤਰਕਾਰ ਵੀਰ ਜੀ, ਤੇ ਮੈਂ ਤੁਹਾਨੂੰ ਪੇਂਟਿੰਗ ਵਿਖਾ ਦਿੰਦਾ। ਤੁਸੀਂ ਕਹਿ ਰਹੇ ਹੋ ਪੇਂਟਿੰਗ ਦਿਖਾਓ ਹੋਰ, ਤੇ ਸਭ ਤੋਂ ਪਹਿਲਾਂ ਪੇਂਟਿੰਗ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਜ਼ੁਰਗ ਆਦਮੀ ਜਿਹੜੇ ਸਾਡੇ ਇੱਥੇ ਸ਼ਮਸ਼ਾਨ ਘਾਟ ਦੇ ਮਾਲੀ ਨੇ ਔਰ ਬਚਪਨ ਤੋਂ ਇੱਥੋਂ ਲੱਗੇ ਹੋਏ ਆ, ਤੇ ਬਚਪਨ ਦੇ ਮੈਨੂੰ ਜਾਣਦੇ ਨੇ, ਤੁਸੀਂ ਆ ਬੈਠੇ ਨੇ, ਪੁੱਛ ਸਕਦੇ ਨੇ। सो जी सबसे पहले अपना नाम बता दीजिए। राम बहादुर नाम है हमारा जी। राम बहादुर जी कब से हैं यहाँ पे? हमें कम से कम 40 साल हो गया। 40 साल। हाँ जी। और सुरेंद्र जी को कब से देख रहे हैं? सुरेंद्र जी को 40-45 साल से देख रहा हूँ, बचपनों से इनको देख रहा हूँ। कोई गलत लाइन नहीं, कोई कुछ नहीं, आयन बढ़िया फर्स्ट क्लास रहते हैं। और जितनी भी प्रिंटिंग बनाया है ये किसी से पूछा नहीं है कि क्या इसे बनाना है कैसे नहीं, अपने आप अपने दिमाग से बनाया हुआ जी। हाँ, बहुत इनको हम अच्छी तरीके से जानता हूँ, बहुत अच्छे आदमी हैं। हाँ।
और प्रैक्टिस यहाँ पे करते हैं? प्रैक्टिस इनको पिछले साल लॉकडाउन से मतलब नहीं, जब जिम बंद हो गया तब इन्होंने अपने आप यहाँ पर तैयार किया हुआ है, अपने आप तैयार किया हुआ है। इन्होंने इतना है कि लॉकडाउन में हमारी इतनी सेवा किया है कि कोई नहीं किया, हमारे को पूछा नहीं कोई। लेकिन पहलवान जी ने हमारे को हर एक चीज़, क्या चीज़ के चाहिए, लॉकडाउन में हमारे से पूछते थे क्या चीज़ तेरे को खाना है, क्या चीज़ चाहिए, बोलो, मंगवा देते हैं। अच्छा जी, जो आपकी कृपा हो मंगा देते थे। हाँ, खुशी होती है जब आते हैं यहाँ पे? हाँ जी, बहुत ज़्यादा खुशी होती है। ये आ जाते हैं तो एक आधा से सैकड़ जान आ जाती है हमारे पास। हाँ, कि कोई हमारा आ गया, हमको सुरक्षित हम रहेंगे। जी बिल्कुल बिल्कुल, यही एक शख्स ਦੀ ਮਹਾਨਤਾ ਹੁੰਦੀ ਹੈ ਕਿ ਜਿੱਥੇ ਉਹ ਜਾਂਦਾ ਹੈ ਲੋਕ ਖੁਸ਼ ਹੋ ਜਾਂਦੇ ਨੇ, ਲੋਕ ਚੰਗਾ ਫੀਲ ਕਰਦੇ ਨੇ। ਸੋ ਪਹਿਲਵਾਨ ਜੀ, ਪੇਂਟਿੰਗ ਮੈਂ ਦੇਖ ਰਿਹਾ ਬਹੁਤ ਸੋਹਣੀ ਹੈ। ਹਾਂਜੀ ਹਾਂਜੀ, ਕਿਰਪਾ ਹੀ ਤੁਹਾਡੀ ਜੀ, ਇਹ ਪੇਂਟਿੰਗ ਜੀ ਸਭ ਤੋਂ ਫਸਟ ਟਾਈਮ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਇਹ ਪੇਂਟਿੰਗ ਮੈਂ ਬਣਾਈ ਸੀਗੀ ਜੀ। ਔਰ ਤੁਹਾਨੂੰ ਹੈਰਾਨਗੀ ਹੋਗੀ ਇਹ ਪੇਂਟਿੰਗ ਮੈਂ ਕਿਵੇਂ ਬਣਾਈ ਹੈ ਜੀ। ਸ਼ਮਸ਼ਾਨ ਘਾਟ ਦੇ ਵਿੱਚ ਜਦ ਕੋਈ ਮੁਰਦਾ ਫੁੱਕ ਜਾਂਦਾ ਹੈ, ਬਾਅਦ ਦੇ ਵਿੱਚ ਉਹਦੀ ਰਾਖ ਗੇਰ ਦਿੰਦੇ ਆ ਸਾਈਡ 'ਚ, ਉਹਦੇ ਵਿੱਚ ਕੁਝ ਕੋਲੇ ਹੁੰਦੇ ਆ ਜੀ। ਉਹ ਕੋਲਿਆਂ ਨੂੰ ਚੱਕ ਕੇ ਮੈਂ ਚੋਕ ਨਾਲ ਇਹਦੇ ਪਹਿਲਾਂ ਹੋਰ ਪੇਂਟਿੰਗ ਤਾਰੀ ਹੈ ਜੀ, ਫਿਰ ਉਹਦੇ ਵਿੱਚ ਬਾਅਦ ਦੇ ਵਿੱਚ ਕਲਰਸ ਭਰੇ ਜੀ। ਇਹ ਸਾਰੀਆਂ ਪੇਂਟਿੰਗ ਵਿੱਚ ਯਾਨੀ ਤੁਸੀਂ ਕੋਲੇ ਦੇ ਨਾਲ ਪਹਿਲਾਂ ਡਰਾਅ ਕੀਤੀ? ਡਰਾਇੰਗ ਕੀਤੀ ਹੈ ਜੀ ਮੈਂ। ਉਸ ਤੋਂ ਬਾਅਦ ਫਿਰ ਅਗਲੇ ਦਿਨ ਮੈਂ ਰੰਗ ਭਰਨੇ ਸਟਾਰਟ ਕੀਤੇ। ਮਤਲਬ ਕਿ ਮੈਨੂੰ ਲੱਗੇ ਸੀਗੇ 15-20 ਦਿਨ ਇਸ ਪੇਂਟਿੰਗ ਨੂੰ ਤਿਆਰ ਕਰਦੇ ਵਿੱਚ। ਹਾਂਜੀ ਹਾਂਜੀ। ਕਿਹੜੇ ਸਾਲ ਦੀ ਗੱਲ ਹੈ ਜੀ? ਇਹਨੂੰ ਹੋ ਗਏ ਜੀ ਕਰੋਨਾ ਦੇ ਵਿੱਚ। ਕਰੋਨਾ, ਅੱਛਾ 2019 ਦੀ ਗੱਲ। ਲਾਕਡਾਊਨ ਦੇ ਵਿੱਚ ਮੈਂ ਤਿਆਰ ਕਰਨੀਆਂ ਸਟਾਰਟ ਕਰਤੀ ਸੀਗਾ ਜੀ, ਕਿਉਂਕਿ ਹੁਣ ਇੱਥੇ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਸੀਗਾ। 24 ਘੰਟੇ ਦੇ ਵਿੱਚ ਵੈਸੇ ਹੀ ਦਿਮਾਗ ਪਾਗਲ ਕਰਨ ਵਾਲੀ ਗੱਲ ਸੀਗੀ, ਤੇ ਕਹਿ ਦਿਆ ਸੀਗਾ ਕਿਸੇ ਨਾਲ ਗੱਲ ਨਹੀਂ ਕਰਨੀ, ਮਾਸਕ ਰੱਖਣੇ ਮੂੰਹ ਤੇ ਜੀ ਫਿਰ ਉਹਦੇ ਵਿੱਚ ਮੈਂ ਕਿਹਾ ਯਾਰ ਐਵੇਂ ਤਾਂ ਕੰਮ ਖਰਾਬ ਹੋ ਜਾਊਗਾ। ਤੇ ਫਿਰ ਮੈਂ ਦਿਮਾਗ ਲੜਾਇਆ, ਮੈਂ ਕਿਹਾ ਚਲੋ ਜਿਹੜਾ ਇਹ ਟਾਈਮ ਰੱਬ ਨੇ ਸ਼ਾਇਦ ਦਿੱਤਾ ਹੈ ਤਾਂ ਹੀ ਲਾਕਡਾਊਨ ਲਗਾਇਆ, ਤੇ ਉਹਦੇ ਵਿੱਚ ਜੀ ਮੈਂ ਫਿਰ ਇਹ ਮਿਹਨਤ ਲਗਾਈ ਹੈ ਜੀ। ਕਿੰਨੀਆਂ ਪੇਂਟਿੰਗਸ ਹੁਣ ਤੱਕ ਤੁਸੀਂ ਬਣਾ ਚੁੱਕੇ? ਪੇਂਟਿੰਗਸ ਜੀ ਮੈਂ ਮੰਦਿਰ ਦੇ ਵਿੱਚ ਵੀ, ਰੂਮ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾਉਂਦਾ ਜੀ। ਸਾਰਾ ਰੂਮ ਪੇਂਟਿੰਗ ਨਾਲ ਹੈ। ਪ੍ਰਧਾਨ ਜੀ ਨੇ ਮੈਨੂੰ ਕਾਫੀ ਸਾਲਾਂ ਤੋਂ ਰੂਮ ਦਿੱਤਾ ਹੈ ਵੀ ਤੂੰ ਇੱਥੇ ਰਹਿ ਸਕਦਾ ਹੈ। ਅੱਛਾ, ਰਾਤ ਵੀ ਰਹਿੰਦੇ ਹੋ ਤੁਸੀਂ ਇੱਥੇ? ਨਹੀਂ, ਰਾਤ ਵੀ ਰਹਿ ਸਕਦਾ ਜੀ, ਮੈਨੂੰ ਕੋਈ ਮਨਾ ਨਹੀਂ। ਵੈਸੇ ਰਾਤ ਨੂੰ ਮੈਂ ਆਪਣੇ ਘਰੇ ਹੁੰਦਾ, ਰਾਤ ਨੂੰ ਨਹੀਂ ਮੈਂ ਜਲਦੀ ਸੌਂਦਾ ਇੱਥੇ, ਤੇ ਘਰੇ ਹੁੰਦਾ। ਦਿਨ ਦੇ ਵਿੱਚ ਅਗਰ ਸਿਖਰ ਦੁਪਹਿਰੀ ਰੈਸਟ ਕਰ ਲਿਆ, 4 ਗੱਲਾਂ ਮਾਰ ਲਈਆਂ ਫ੍ਰੀ ਟਾਈਮ 'ਚ, ਤੇ ਐਵੇਂ ਹੈ ਜੀ। ਤਾਂ ਰੂਮ ਦੇ ਵਿੱਚ ਵੀ ਮੈਂ ਤੁਹਾਨੂੰ ਲੈ ਕੇ ਜਾਊਂਗਾ। ਹੁਣ ਮੇਰੀਆਂ ਇੱਕ ਪੇਂਟਿੰਗ ਰਹਿ ਗਈ, ਉਹ ਦੇਖ ਲਓ ਤੁਸੀਂ। ਹਾਂਜੀ ਵੀਰ ਜੀ, ਪੱਤਰਕਾਰ ਵੀਰ ਜੀ, ਤੇ ਹੁਣ ਆਪਾਂ ਇੱਕ ਪੇਂਟਿੰਗ ਹੋਰ ਤਿਆਰ ਕੀਤੀ ਹੈ ਵੀਰ ਜੀ ਮੈਂ, ਤੇ ਇਹ ਵੀ ਲਾਕਡਾਊਨ ਦੇ ਵਿੱਚ ਤਿਆਰ ਕੀਤੀ ਸੀਗੀ। ਇਹਨੂੰ ਮਹੀਨਾ ਕੁ ਲੱਗ ਗਿਆ ਸੀਗਾ ਪੇਂਟਿੰਗ ਨੂੰ ਜੀ, ਪੂਰੀ ਪੇਂਟਿੰਗ ਨੂੰ ਬਣਾਉਣ? ਹਾਂਜੀ ਹਾਂਜੀ ਸਰ, ਹਾਂਜੀ। ਪਰ ਮੈਂ ਦੇਖ ਪਾ ਰਿਹਾ ਵੀ ਇਹਦੇ 'ਚ ਤੁਸੀਂ ਇੱਕ ਪਿੰਜਰਾ ਬਣਾਇਆ ਹੈ, ਇੱਕ ਪੰਛੀ ਬਣਾਇਆ ਹੈ, ਜੋਤੀਆਂ ਬਣਾਈਆਂ ਨੇ ਤੁਸੀਂ, ਅਗਨੀ ਵੀ ਦਿਖਾਈ ਹੈ ਜੋ ਆਖਰੀ ਅਗਨੀ ਹੁੰਦੀ ਹੈ ਆਪਣੀ। ਇਹ ਜੀ ਮੈਂ ਇਹਦਾ ਮਤਲਬ ਪੂਰੀ ਪੇਂਟਿੰਗ ਦਾ ਮੀਨਿੰਗ ਕੀ ਹੈ? ਮੀਨਿੰਗ ਜੀ ਮੈਂ ਦੱਸਦਾ ਤੁਹਾਨੂੰ। ਜਿਵੇਂ ਇੱਕ ਪਿੰਜਰੇ ਦੇ ਵਿੱਚੋਂ ਪੰਛੀ ਉੜ ਕੇ ਆਕਾਸ਼ ਦੀ ਤਰਫ ਚਲਿਆ ਜਾਂਦਾ ਹੈ ਜੀ, ਤਾਂ ਐਵੇਂ ਆਪਣਾ ਸਰੀਰ ਇੱਕ ਪਿੰਜਰਾ ਹੈ। ਜਿਹੜੀ ਸਰੀਰ ਦਾ ਜਿਹੜਾ ਵਿੱਚ ਮੈਂ ਚੀਤਾ ਜਲ ਰਹੀ ਹੈ, ਇਹ ਆਦਮੀ ਦਾ ਸਰੀਰ ਹੈ, ਇਨਸਾਨ ਦਾ। ਉਹਦੇ ਵਿੱਚੋਂ ਜਿਹੜੇ ਦੀਵੇ ਨਿਕਲ ਰਹੇ ਆ ਵੀਰ ਜੀ, ਉਹ ਆਤਮਾ ਨਿਕਲ ਕੇ ਭਗਵਾਨ ਦੇ ਕੋਲ ਜਾ ਰਹੀ ਹੈ ਉੱਪਰ। ਠੀਕ ਹੈ ਜੀ। ਜਿਵੇਂ ਆਤਮਾ ਨਿਕਲ ਕੇ ਪੰਛੀ ਦੀ ਤਰ੍ਹਾਂ ਭਗਵਾਨ ਕੋਲ ਚਲੀ ਜਾਂਦੀ ਹੈ, ਪਿੱਛੋਂ ਸਰੀਰ ਨਾਸ਼ਵਾਨ ਹੈ, ਇਹਨੂੰ ਚਾਹੇ ਤੁਸੀਂ ਜਲਾਓ, ਚਾਹੇ ਤੁਸੀਂ ਇਹਨੂੰ ਦਫਨਾਓ, ਉਹ ਤੁਹਾਡੀ ਮਰਜ਼ੀ ਹੈ। ਅਸਲੀ ਜਿਹੜੀ ਆਤਮਾ ਸੀਗੀ ਉਹ ਆਕਾਸ਼ ਦੀ ਵੱਲ ਚਲੀ ਗਈ। ਤਾਂ ਪਿੰਜਰੇ ਦਾ ਮਤਲਬ ਇਹ ਹੈ ਵੀ ਜਿਵੇਂ ਆਕਾਸ਼ ਦੇ ਵਿੱਚ ਪਿੰਜਰੇ ਤੋਂ ਨਿਕਲ ਕੇ ਤੋਤਾ ਚਲੇ ਗਿਆ, ਪਿੱਛੋਂ ਪਿੰਜਰਾ ਖਾਲੀ ਰਹਿ ਗਿਆ, ਤਾਂ ਐਵੇਂ ਇਨਸਾਨ ਦਾ ਸਰੀਰ ਹੈ ਵੀਰ ਜੀ। ਦੀਵਾ ਵੀ ਇੱਕ ਬੁਝਿਆ ਹੋਇਆ। ਦੀਵਾ ਜਦ ਦੀਵੇ ਦੇ ਵਿੱਚੋਂ ਵੀਰ ਜੀ ਤੇਲ ਖਤਮ ਹੋ ਜਾਂਦਾ ਤਾਂ ਦੀਵਾ ਬੁਝ ਜਾਂਦਾ ਹੈ, ਤਾਂ ਦੀਵੇ ਦੀ ਵੀ ਕੁਝ ਛਵੀ ਇਨਸਾਨ ਦੇ ਉੱਪਰ ਟੁਕਦੀ ਹੈ। ਇਨਸਾਨੀ ਜ਼ਿੰਦਗੀ ਤੁਸੀਂ ਦਿਖਾਈ ਹੈ? ਬਿਲਕੁਲ ਜੀ, ਬਿਲਕੁਲ, ਉਹ ਵਿਖਾਈ ਹੈ ਜੀ ਮੈਂ। ਤੇਲ ਮੁੱਕ ਗਿਆ ਤਾਂ ਫਿਰ ਹੁਣ? ਹਾਂਜੀ ਹਾਂਜੀ, ਬਿਲਕੁਲ, ਦੀਵਾ ਫਿਰ ਬੁਝ ਜਾਂਦਾ ਹੈ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਠੀਕ ਹੈ ਨਾ ਜੀ। ਜੋਤ ਜਦ ਤੱਕ ਜਲਦੀ ਹੈ, ਜਦ ਤੱਕ ਦੀਵੇ ਵਿੱਚ ਜੀ ਤੇਲ ਹੁੰਦਾ ਹੈ। ਬਿਲਕੁਲ। ਤੁਸੀਂ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਹੋਈਆਂ, ਇਹਦਾ ਮਤਲਬ ਕਿ ਹਰ ਪੇਂਟਿੰਗ ਦੇ ਪਿੱਛੇ ਤੁਸੀਂ ਇੱਕ ਅਰਥ ਦਿੱਤਾ ਹੋਇਆ? ਦਿੱਤਾ ਹੋਇਆ ਜੀ। ਇੱਕ ਪੇਂਟਿੰਗ ਹੋਰ ਮੈਂ ਤੁਹਾਨੂੰ ਵੀਰ ਜੀ, ਬਸ ਲਾਸਟ ਪੇਂਟਿੰਗ ਹੈ ਉਹ ਵਿਖਾਉਣਾ, ਫਿਰ ਆਪਾਂ ਅੱਗੇ ਚੱਲਦੇ ਹਾਂ ਵੀਰ। ਆ ਜਾਓ। ਤੇ ਬਹੁਤ ਖੁਸ਼ੀ ਹੋਈ ਪੱਤਰਕਾਰ ਵੀਰ ਜੀ, ਬਹੁਤ ਖੁਸ਼ੀ ਹੋਈ। ਤੁਸੀਂ ਦਿਲ ਤੋਂ ਮੇਰੀ ਇੰਟਰਵਿਊ ਲੈਣ ਆ ਰਹੇ ਆ, ਸੋ ਧੰਨਵਾਦ ਤੁਹਾਡੇ ਪਰਿਵਾਰ ਦਾ, ਤੁਹਾਡਾ ਵੀਰ ਜੀ। ਤੇ ਇੱਕ ਵੀਰ ਜੀ, ਆਹ ਪੇਂਟਿੰਗ ਹੈ ਦੇਖੋ, ਇਹਦੇ 'ਚ ਲਿਖਿਆ ਵਾ ਦੇने वाला भी वही लेने वाला भी वही, ਔਰ ਥੱਲੇ ਮੈਂ ਲਿਖਿਆ ਵਾ ਰਾਜਾ ਔਰ ਰੰਕ ਦਾ ਰਾਸਤਾ ਇੱਕ ਹੀ ਹੈ। ਤਾਂ ਵੀਰ ਜੀ, ਬੰਦੇ ਦੇ ਸਰੀਰ 'ਚ ਗਰੀਬ ਅਮੀਰ ਕੋਈ ਨਹੀਂ ਹੈਗਾ, ਸਾਰੇ ਬੰਦੇ ਇੱਕ ਬਰਾਬਰ ਹੈ। ਆਤਮਾ ਤਾਂ ਇੱਕ ਹੀ ਹੈ। आत्मा ਦਾ ਜਾਨਵਰ ਚਲਾ ਲਓ, ਇਨਸਾਨ ਚਲਾ ਲਓ, ਇੱਕ ਜੈਸੀ ਜੋਤ ਹੈ। ਤਾਂ ਦੇने वाला भी वही लेने वाला भी, ਰਾਜਾ ਔਰ ਰੰਕ ਦਾ ਰਾਸਤਾ ਇੱਕ ਹੀ ਹੈ। ਕੋਈ ਵੀ ਇਨਸਾਨ ਗਰੀਬ ਅਮੀਰ ਆ, ਉਹਦਾ ਐਂਡ ਵੀਰ ਜੀ ਸਾਹਮਣੇ ਸ਼ਮਸ਼ਾਨ ਘਾਟ ਹੈ। ਤੇ ਰਾਜਾ ਮੋਹਰਾ ਦੇ ਰਿਹਾ? ਹਾਂ, ਉਹ ਸਿੱਕੇ ਗੇਰ ਰਿਹਾ। ਦੇਣੇ ਵਾਲਾ ਵੀ ਉਹੀ ਹੈ, ਲੈਣੇ ਵਾਲਾ ਵੀ ਉਹੀ ਹੈ, ਫਰਕ ਦੋਨਾਂ 'ਚ ਕੋਈ ਨਹੀਂ।
ਉਹਦੇ ਵਿੱਚ ਵੀ ਆਤਮਾ ਵਿਰਾਜਮਾਨ ਹੈ, ਉਹਦੇ ਵਿੱਚ ਵੀ ਆਤਮਾ ਵਿਰਾਜਮਾਨ ਹੈ। ਸਿਰਫ ਇੱਕ ਦੁਨੀਆ ਸੰਸਾਰ ਹੈ, ਗਰੀਬੀ ਮੇਰੀ ਸੋਚਦੀ ਹੈ, ਤਾਂ ਉਸ ਨੂੰ ਮੈਂ ਕੋਈ ਮੈਟਰ ਨਹੀਂ ਦਿੰਦਾ, ਐਡਾ ਯੋਗਦਾਨ ਨਹੀਂ। ਜਿਹੜਾ ਬੰਦਾ ਪੈਸੇ ਦਾ ਲਾਲਚੀ ਹੋਏਗਾ, ਸੋਨੇ ਦਾ ਹੋਊਗਾ, ਉਹ ਇਹ ਚੀਜ਼ਾਂ ਨੂੰ ਜ਼ਿਆਦਾ ਮੈਟਰ ਦਊਗਾ। ਰਾਜਾ ਔਰ ਰੰਕ ਦਾ ਰਾਸਤਾ ਇੱਕ ਹੀ ਹੈ, ਚਾਹੇ ਜਿੰਨਾ ਮਰਜ਼ੀ ਅਮੀਰ ਹੈ, ਗਰੀਬ ਹੈ, ਰਾਸਤਾ ਐਂਡਵਾ ਉਹ ਕਿਹੜਾ ਚੰਦਨ ਦੀ ਲੱਕੜੀ 'ਚ ਜਲਦਾ ਹੈ। ਸਮਝੋ, ਗਰੀਬ ਵੀ ਉਵੇਂ ਹੀ ਜਲਦਾ ਹੈ, ਅਮੀਰ ਵੀ ਉਵੇਂ ਜਲਦਾ ਹੈ। ਉਹ ਵੀ ਸਾਰਾ ਕੁਝ ਛੱਡ ਕੇ ਜਾਂਦਾ ਹੈ, ਗਰੀਬ ਵੀ ਸਾਰਾ ਕੁਝ ਛੱਡ ਕੇ ਜਾਂਦਾ ਹੈ। ਸੁਰਿੰਦਰ ਜੀ, ਮੈਂ ਲੋਕਾਂ ਕੋਲੇ ਗਿਆ, ਮੈਂ ਚਰਚਾ ਸੁਣੀ ਕਿ ਤੁਸੀਂ ਇੱਕ ਕਮਰਾ ਹੈ ਤੁਹਾਡੇ ਕੋਲੇ, ਬਿਲਕੁਲ ਜੀ, ਹਾਂ। ਤੇ ਉਹ ਪੂਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਬੜਾ ਸਪਿਰਚੁਅਲੀ ਹਾਂਜੀ। ਪੇਂਟ ਕੀਤਾ ਹੋਇਆ। ਹਾਂਜੀ। ਉਹ ਸਾਨੂੰ ਕਮਰਾ ਜ਼ਰੂਰ ਦਿਖਾਓ। ਜ਼ਰੂਰ ਜੀ, ਮੋਸਟ ਵੈਲਕਮ, ਆਓ ਤੁਸੀਂ ਜੀ। ਬਿਲਕੁਲ ਜੀ, ਬਿਲਕੁਲ।